ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੰ, ਹਿਰਦੈ ਧਿਆਵੰ। ਸ਼੍ਰੀ ਗੁਰ ਰਾਮਦਾਸ ਗੁਣ ਗਾਵੰ, ਸ਼੍ਰੀ ਅਰਜਨ ਬਿਘਨ ਕੇ ਨ ਸਕੈ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨਾਉ ਸਤਿਗੁਰ ਇਤਿਹਾਸ ਜਸ, ਔਰ ਵਿਚਾਰ ਤਿਸ ਕਾਲ। ਸੁਨ ਕੈ ਸਿੰਘਨ ਸਭਨ ਤੇ, ਪਰਉਪਕਾਰ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ।
ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੁਆਰਾ ਜੋ ਇਹ ਇਤਿਹਾਸ ਦਾ ਮੁੱਢ ਬੱਜਾ ਸੀ, ਉਹਦੀ ਕਥਾ, ਉਹਦੀ ਵਾਰਤਾ ਆਪ ਜੀਆਂ ਨੇ ਸਰਵਣ ਕਰਨੀ ਕੀਤੀ। ਕਵੀ ਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਇਹ ਜੋ ਮੈਂ ਗ੍ਰੰਥ ਲਿਖ ਰਿਹਾ ਹਾਂ ਉਹਦੇ ਮੁੱਖ ਸਰੋਤ ਹਨ। ਸਭ ਤੋਂ ਪਹਿਲਾ ਸਰੋਤ ਜਿਹੜਾ ਹੈ ਇਤਿਹਾਸਕ, ਉਹ ਭਾਈ ਰਾਮ ਕੁਵੇੜ ਜੀ ਦਾ ਲਿਖਿਆ ਹੋਇਆ ਗ੍ਰੰਥ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੀ ਧਰਤੀ ਦੇ ਵਿੱਚ ਆਏ, ਹਜ਼ੂਰ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਇਸ ਪਾਸੇ ਆਉਣਾ ਕੀਤਾ, ਤਾਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਰਾਮ ਕੁਵੇੜ ਜੀ ਨੂੰ ਕਿਹਾ ਤੇ ਕਿ ਤੁਸੀਂ ਉੱਥੇ ਹੀ ਰਹੋ, ਪੰਜਾਬ ਦੇ ਵਿੱਚ ਰਹਿ ਕਰਕੇ ਆਪ ਜੀਆਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਤਾਂ ਫਿਰ ਬਾਬਾ ਰਾਮ ਕੁਵੇੜ ਜੀ ਆਪਣੇ ਨਗਰ ਰਮਦਾਸ ਦੇ ਵਿੱਚ ਆ ਗਏ। ਉੱਥੇ ਰਹਿ ਕਰਕੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕੀਤਾ। ਫਿਰ ਪਿਆਰਿਓ ਸਿੰਘਾਂ ਨੇ ਜਦੋਂ ਮਨ ਬਣਾਇਆ ਕਿ ਚਲੋ ਆਪਾਂ ਬਾਬਿਆਂ ਦੇ ਦਰਸ਼ਨ ਕਰਨਾ ਕਰੀਏ, ਇੰਜ ਗੁਰੂ ਕੀ ਸੰਗਤ, ਗੁਰੂ ਕੇ ਸਿੰਘ ਜੋ ਹਨ ਸ਼ਰਧਾ ਭਾਵਨਾ ਵਾਲੇ, ਉਹ ਬਾਬਾ ਰਾਮ ਕੁਵੇੜ ਜੀ ਦੇ ਕੋਲ ਆਏ ਤੇ ਉਹਨਾਂ ਨੇ ਕਿਹਾ, ਬਾਬਾ ਜੀ ਆਪ ਜੀ ਨੂੰ ਸਾਰਾ ਇਤਿਹਾਸ ਦਾ ਪਤਾ ਹੈ, ਆਪ ਕਿਰਪਾ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਆਦਿ ਸਤਿਗੁਰੂ ਮਹਾਰਾਜ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਇਹ ਇਤਿਹਾਸ ਦੀ ਕਥਾ ਜਿਹੜੀ ਹੈ ਇਹ ਆਪ ਜੀ ਉਚਾਰਨ ਕਰਨਾ ਕਰੋ, ਸਾਨੂੰ ਦੱਸਣਾ ਕਰੋ ਸਾਖੀਆਂ, ਤੇ ਨਾਲ ਇਹ ਬਹੁਤ ਵੱਡਾ ਪਰਉਪਕਾਰ ਵੀ ਹੋ ਜਾਵੇਗਾ। ਇਹਨੂੰ ਜੇ ਆਪਾਂ ਕਲਮ ਬੰਦ ਕਰ ਲੈਂਦੇ ਹਾਂ, ਅਗਲੀ ਪੀੜ੍ਹੀ ਨੂੰ ਵੀ ਇਹ ਇਤਿਹਾਸ ਦਾ ਪਤਾ ਚੱਲੇਗਾ ਕਿ ਸਤਿਗੁਰੂ ਮਹਾਰਾਜ ਜੀ ਦੇ ਕਿਸ ਤਰ੍ਹਾਂ ਦੇ ਕੌਤਕ ਹਨ, ਗੁਰੂ ਕੇ ਸਿੰਘਾਂ ਦਾ ਕੀ ਇਤਿਹਾਸ ਹੈ, ਸਤਿਗੁਰੂ ਮਹਾਰਾਜ ਜੀ ਦਾ ਕੀ ਇਤਿਹਾਸ ਹੈ। ਜਦੋਂ ਇੰਜ ਬੇਨਤੀ ਕਰਨੀ ਕੀਤੀ ਤਾਂ ਬਾਬਾ ਰਾਮ ਕੁਵੇੜ ਜੀ ਨੇ ਸਾਰਾ ਇਤਿਹਾਸ ਜਿਹੜਾ ਹੈ ਉਹਨਾਂ ਨੇ ਉਚਾਰਨ ਕਰਨਾ ਕੀਤਾ, ਕਿਉਂਕਿ ਉਹਨਾਂ ਤੋਂ ਪਹਿਲੇ ਜਿਹੜੇ ਉਹਨਾਂ ਦੇ ਵੰਸ਼ਜ ਹੋਏ ਹਨ ਭਾਈ ਭਾਨਾ ਜੀ, ਰਾਮਾ ਜੀ ਆਦਿਕ, ਉਹਨਾਂ ਨੂੰ ਸਾਰਾ ਪਤਾ ਸੀ ਇਤਿਹਾਸ ਦਾ, ਕਿਉਂਕਿ ਉਹ ਗੁਰੂ ਘਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਅੰਸ਼ ਵੰਸ਼ ਦੇ ਵਿੱਚੋਂ ਸਨ। ਅਤੇ ਭਾਈ ਰਾਮ ਕੁਵੇੜ ਜੀ ਨੇ ਉਹ ਇਤਿਹਾਸ ਉਚਾਰਨ ਕਰਨਾ ਕੀਤਾ। ਉਹ ਗ੍ਰੰਥ ਪਿਆਰਿਓ ਸੀ ਰਮਦਾਸ ਦੇ ਵਿੱਚ, ਤੇ ਇਹ ਜਿਹੜਾ ਉਦਮ ਹੋਇਆ ਸੀ, ਬੇਸ਼ੱਕ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇਹ ਗ੍ਰੰਥ ਲਿਖਣਾ ਕੀਤਾ, ਲੇਕਿਨ ਸਭ ਤੋਂ ਮੁੱਖ ਪ੍ਰੇਰਨਾ ਜਿਹੜੀ ਹੈ ਇਹਦੇ ਪਿੱਛੇ ਜਿਹੜਾ ਖਰਚਾ ਆਇਆ, ਰਾਜਾ ਉਦੈ ਸਿੰਘ ਜੋ ਹਨ ਕੈਂਥਲਪਤੀ, ਇਹ ਕੈਂਥਲ ਵੀ ਪਿਆਰਿਓ ਕਿਸੇ ਜ਼ਮਾਨੇ ਦੇ ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਇਹ ਜਿਹੜਾ ਹੈ ਪੂਰਾ ਪੰਜਾਬ ਦੇ ਵਿੱਚ ਹੁੰਦਾ ਸੀ। ਇਹ ਪੂਰਾ ਹਰਿਆਣਾ ਦਾ ਇਲਾਕਾ, ਭਾਵ ਕਿ ਜਮਨਾ ਪਾਰ ਦਾ ਇਲਾਕਾ ਜਿਹੜਾ ਹੈ ਦਿੱਲੀ ਤੋਂ ਅੱਗੇ, ਇਹ ਪੰਜਾਬ ਦਾ ਸੂਬਾ ਵੱਜਦਾ ਸੀ। ਬਹੁਤ ਵੱਡਾ ਪਿਆਰਿਓ ਇਹ ਸੂਬਾ ਸੀ, ਪੂਰਾ ਹਰਿਆਣਾ ਆ ਜਾਂਦਾ ਸੀ ਇਹਦੇ ਵਿੱਚ। ਪਾਕਿਸਤਾਨ ਦਾ ਅੱਧ ਤੋਂ ਵੱਧ ਹਿੱਸਾ ਜਿਹੜਾ ਸੀ ਤਕਰੀਬਨ ਜਿਹੜਾ ਇਹ ਪੰਜਾਬ ਦੇ ਵਿੱਚ ਵੱਜਦਾ ਸੀ, ਲੇਕਿਨ ਪਾਕਿਸਤਾਨ ਵੱਖਰਾ ਹੋ ਗਿਆ, ਹਰਿਆਣਾ ਵੱਖਰਾ ਹੋ ਗਿਆ, ਹਿਮਾਚਲ ਦੇ ਕੁਝ ਹਿੱਸੇ ਜਿਹੜੇ ਹਨ ਉਹ ਵੀ ਪੰਜਾਬ ਦੇ ਵਿੱਚ ਵੱਜਦੇ ਸਨ। ਖੈਰ ਰੋ ਵਿਚਾਰ, ਤੇ ਉਥੋਂ ਦੇ ਜਿਹੜੇ ਰਾਜੇ ਹੋਏ ਹਨ ਕੈਂਥਲ ਦੇ, ਉਹਨਾਂ ਦਾ ਨਾਮ ਸੀ ਉਦੈ ਸਿੰਘ। ਉਹਨਾਂ ਨੇ ਪਿਆਰਿਓ ਮਾਇਆ ਖਰਚ ਕਰਨੀ ਕੀਤੀ ਤੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਆਪਣੇ ਦਰਬਾਰ ਦੇ ਵਿੱਚ ਰੱਖ ਕਰਕੇ ਰਾਜ ਕਵੀ ਦਾ ਦਰਜਾ ਦੇਣਾ ਕੀਤਾ। ਤੇ ਫਿਰ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਆਪ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਲਿਖਣਾ ਕਰੋ, ਇਹਦੇ ਪਿੱਛੇ ਜੋ ਮਾਇਆ ਲੱਗੇਗੀ, ਜੋ ਵੀ ਖਰਚ ਲੱਗੇਗਾ, ਉਹ ਖਰਚ ਮੈਂ ਕਰਨ ਵਾਸਤੇ ਤਿਆਰ ਹਾਂ। ਫਿਰ ਸਭ ਤੋਂ ਪਹਿਲਾਂ ਤੇ ਕਵੀ ਰਾਜ ਜੀ ਪਿਆਰਿਓ ਉਹ ਸਾਰੇ ਇਲਾਕੇ ਜਿੱਥੇ ਜਿੱਥੇ ਜਾ ਸਕਦੇ ਸਨ, ਉਹਨਾਂ ਅਸਥਾਨਾਂ ਦੇ ਵਿੱਚ ਜਾ ਕਰਕੇ ਉਹਨਾਂ ਨੇ ਦਰਸ਼ਨ ਕਰਨਾ ਕੀਤਾ, ਕਿਉਂਕਿ ਕੋਈ ਵੀ ਇਤਿਹਾਸਕ ਅਸਥਾਨ ਜਿਹੜੇ ਹੁੰਦੇ, ਜਦੋਂ ਪਿਆਰਿਓ ਆਪਾਂ ਉਹਨਾਂ ਅਸਥਾਨਾਂ ਦੇ ਜਾ ਕਰਕੇ ਦਰਸ਼ਨ ਕਰਦੇ ਆ ਤੇ ਇਤਿਹਾਸ ਦਾ ਖੁਦ ਬਾ ਖੁਦ ਸਾਨੂੰ ਪਤਾ ਚੱਲ ਜਾਂਦਾ ਕਿ ਭਾਈ ਇੱਥੇ ਕੀ ਹੋਇਆ, ਇਹ ਕਿਹੜਾ ਅਸਥਾਨ ਹੈ। ਜਿਸ ਤਰ੍ਹਾਂ ਕੋਈ ਹਜੂਰ ਸਾਹਿਬ ਦੀ ਧਰਤੀ ਤੇ ਆਵੇ, ਆ ਕਰਕੇ ਜਦੋਂ ਉਹ ਜਾਂਦਾ ਬੰਦਾ ਘਾਟ, ਉਹਨੂੰ ਫਿਰ ਪਤਾ ਲੱਗ ਜਾਂਦਾ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਸਥਾਨ ਸੀ।
ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ ਸਿੰਘ ਸਜਾਉਣਾ ਕੀਤਾ। ਇੱਥੋਂ ਹੀ ਉਹਨਾਂ ਨੂੰ ਪੰਜਾਬ ਦੀ ਧਰਤੀ ਦੇ ਵੱਲ ਰਵਾਨਾ ਕਰਨਾ ਕੀਤਾ। ਕਹਿਣ ਦਾ ਭਾਵ ਫਿਰ ਆਪ ਪਤਾ ਲੱਗਦਾ ਇਤਿਹਾਸਕ ਸਰੋਤਾਂ ਤੋਂ, ਉੱਥੋਂ ਦੇ ਲੋਕਾਂ ਤੋਂ ਪਤਾ ਲੱਗਦਾ ਕਿ ਭਾਈ ਇੱਥੋਂ ਦਾ ਕੀ ਇਤਿਹਾਸ ਹੈ ਕਰਕੇ। ਪਹਿਲੇ ਤਾਂ ਆਪ ਵਿਚਰ ਕਰਕੇ ਔਰ ਜਿਹੜੇ ਪੁਰਾਤਨ ਗ੍ਰੰਥ, ਜਿਹੜੇ ਇਤਿਹਾਸ ਦੇ ਗ੍ਰੰਥ ਭੱਟ ਵਈਆਂ ਆਦਿਕ ਸਨ, ਉਹ ਵੀ ਪਿਆਰਿਓ ਫਿਰ ਇਹਨਾਂ ਨੇ ਮੰਗਾਉਣਾ ਕੀਤਾ। ਉਹ ਤੋਂ ਬਾਅਦ ਜਦੋਂ ਪੂਰਾ ਇਤਿਹਾਸ ਆ ਗਿਆ ਤੇ ਵੇਖ ਕਰਕੇ ਉਹਨਾਂ ਇਤਿਹਾਸਕ ਗ੍ਰੰਥਾਂ ਨੂੰ ਬਹੁਤ ਜ਼ਿਆਦਾ ਪ੍ਰਸੰਨ ਹੋਏ ਸਨ ਕਵੀ ਰਾਜ। ਉਹਨਾਂ ਨੇ ਆਪ ਕਿਹਾ ਕਿ ਇਹ ਖਜ਼ਾਨਾ ਵੇਖ ਕਰਕੇ, ਕਿਉਂਕਿ ਪਿਆਰਿਓ ਇੱਕ ਮਾਇਆ ਦਾ ਜਿਨ੍ਹਾਂ ਨੂੰ ਲਾਲਚ ਹੁੰਦੀ ਹੈ, ਮਾਇਆ ਦੇ ਲਾਲਚੀ ਬੰਦਿਆਂ ਨੂੰ ਮਾਇਆ ਜਿਹੜੀ ਹੈ ਇਹ ਖਜ਼ਾਨੇ ਕਰਕੇ ਉਹਨਾਂ ਨੂੰ ਜਾਪਦਾ ਹੈ, ਉਹਨਾਂ ਨੂੰ ਲੱਗਦਾ ਕਿ ਮਾਇਆ ਹੀ ਭਾਈ ਖਜ਼ਾਨਾ ਹੈ। ਇਸ ਤਰ੍ਹਾਂ ਹੀ ਜਿਹੜੇ ਨਾਮ ਬਾਣੀ ਦੇ ਰਸੀਏ ਹਨ, ਉਹਨਾਂ ਨੂੰ ਨਾਮ ਦਾ ਖਜ਼ਾਨਾ ਕਰਕੇ ਉਹ ਨਾਮ ਨੂੰ ਕਹਿੰਦੇ। ਇਸ ਤਰ੍ਹਾਂ ਹੀ ਜਿਹੜੇ ਵਿਦਵਾਨ ਹੁੰਦੇ ਹਨ ਤੇ ਪਿਆਰਿਓ ਉਹਨਾਂ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਦੇ ਗ੍ਰੰਥ ਦੁਰਲਭ ਗ੍ਰੰਥਾਂ ਦੀ ਉਹਨਾਂ ਨੂੰ ਜਦੋਂ ਪ੍ਰਾਪਤੀ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਭਾਈ ਇਹ ਗ੍ਰੰਥਾਂ ਦਾ ਖਜ਼ਾਨਾ ਸਾਨੂੰ ਪ੍ਰਾਪਤ ਹੋ ਗਿਆ। ਇੰਜ ਇਤਿਹਾਸਕ ਗ੍ਰੰਥਾਂ ਦਾ ਜਦੋਂ ਇਹਨਾਂ ਨੂੰ ਬਹੁਤ ਵੱਡਾ ਇਹ ਖਜ਼ਾਨਾ ਪ੍ਰਾਪਤ ਹੋਇਆ, ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਇਹਨਾਂ ਗ੍ਰੰਥਾਂ ਨੂੰ ਲੈ ਕਰਕੇ ਹੁਣ ਉਹਨਾਂ ਨੇ ਜਿਹੜਾ ਗ੍ਰੰਥ ਮੁੱਖ ਜਿਹੜਾ ਕਵੀ ਰਾਜ ਜੀ ਨੇ ਭਾਈ ਰਾਮਗੜ੍ਹ ਜੀ ਨੂੰ ਇਹ ਇਤਿਹਾਸ ਦਾ ਆਧਾਰ ਉਹਨਾਂ ਨੇ ਮੰਨਣਾ ਕੀਤਾ। ਇਸ ਕਰਕੇ ਜ਼ਿਆਦਾ ਕਰਕੇ ਪਿਆਰਿਓ ਇਸ ਗ੍ਰੰਥ ਦੇ ਵਿੱਚ ਸੂਰਜ ਪ੍ਰਕਾਸ਼ ਦੇ ਵਿੱਚ ਇਹ ਸ਼ਬਦ ਆਵੇਗਾ ਕਿ ਸ਼੍ਰੀ ਰਾਮ ਕੁਵੈਰ ਉਵਾਚ ਬੋਲ ਕੇ ਕਿ ਬਾਬਾ ਰਾਮ ਕੁਵੈਰ ਜੀ ਉਹਨਾਂ ਨੇ ਜਿਹੜਾ ਇਤਿਹਾਸਕ ਗ੍ਰੰਥ ਲਿਖਣਾ ਕੀਤਾ ਉਹ ਮੰਗਵਾਇਆ। ਤੇ ਦਾਸ ਨੇ ਜਿਸ ਤਰ੍ਹਾਂ ਕੱਲ ਦੇ ਦੀਵਾਨ ਦੇ ਵਿੱਚ ਵੀ ਬੇਨਤੀ ਕੀਤੀ ਸੀ, ਜਾਂ ਅੱਜ ਵੀ ਆਪਾਂ ਵੇਖਦੇ ਹਾਂ ਤੇ ਇਹ ਜੋ ਖਜ਼ਾਨਾ ਹੁੰਦਾ, ਇਹ ਜੋ ਪੁਰਾਣੇ ਪੁਸਤਕਾਂ ਹੁੰਦੀਆਂ ਹਨ, ਗ੍ਰੰਥ ਹੁੰਦੇ ਹਨ, ਦੁਰਲਭ ਵਸਤੂਆਂ ਹੁੰਦੀਆਂ, ਆਪਾਂ ਇਹਨਾਂ ਨੂੰ ਸਾਂਭ ਕੇ ਰੱਖਦੇ ਹਾਂ। ਲੇਕਿਨ ਜਦੋਂ ਵੈਰੀ ਦਾ ਹਮਲਾ ਹੁੰਦਾ ਤੇ ਵੈਰੀ ਕੀ ਕਰਦਾ, ਸਭ ਤੋਂ ਪਹਿਲੇ ਉਹ ਇਤਿਹਾਸਕ ਉਹ ਦਸਤਾਵੇਜ਼, ਉਹ ਚੀਜ਼ਾਂ ਜਿਹੜੀਆਂ ਹਨ ਉਹਨੂੰ ਤਬਾਹ ਕਰ ਦਿੰਦੇ ਹਨ। ਤੁਰਕਾਂ ਨੇ ਵੀ ਪਿਆਰਿਓ ਇਸ ਤਰ੍ਹਾਂ ਬਹੁਤ ਦੁਰਲਭ ਇਤਿਹਾਸਕ ਗ੍ਰੰਥ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਸੀ ਉੱਥੇ ਹਮਲਾ ਕਰਕੇ ਉਹਨੂੰ ਤਬਾਹ ਕਰ ਦੇਣਾ। ਆਪਾਂ ਪਿਆਰਿਓ ਜ਼ਿਆਦਾ ਦੂਰ ਨਾ ਜਾਈਏ। ਹੁਣੇ ਜਦੋਂ 84 ਦਾ ਜਦੋਂ ਰੌਲਾ ਪਿਆ ਸੀ, ਜਦੋਂ ਸਰਕਾਰ ਨੇ ਜ਼ਾਲਮ ਸਰਕਾਰ ਨੇ ਅਟੈਕ ਕਰਨਾ ਕੀਤਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ, ਤਾਂ ਉਸ ਵੇਲੇ ਪਿਆਰਿਓ ਜੋ ਅਜਾਇਬ ਘਰ ਸੀ, ਅਜਾਇਬ ਘਰ ਦੇ ਵਿੱਚ ਬਹੁਤ ਦੁਰਲਭ ਤੋਂ ਦੁਰਲਭ ਚੀਜ਼ਾਂ ਰੱਖੀਆਂ ਹੋਈਆਂ ਸਨ। ਕਈ ਪੁਰਾਤਨ ਜਿਹੜੇ ਹਨ ਹਸਤ ਲਿਖਤ ਸਰੂਪ ਸਨ, ਦੁਰਲਭ ਦਸਤਾਵੇਜ਼ ਸਨ। ਲੇਕਿਨ ਇਹਨਾਂ ਜ਼ਾਲਮਾਂ ਨੇ, ਪਾਪੀਆਂ ਨੇ ਉਹਨੂੰ ਅੱਗ ਲਾ ਦਿੱਤਾ, ਅੱਗ ਭੇਟ ਕਰ ਦਿੱਤਾ। ਉਹ ਚਾਨਣੀ ਜਿਹੜੀ ਹੈ, ਜਿਹੜਾ ਇੱਥੋਂ ਦਾ ਨਵਾਬ ਜਿਹੜਾ ਸੀ, ਨਵਾਬ ਹੈਦਰਾਬਾਦ ਦਾ, ਜਿਹਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਚਾਨਣੀ ਬਣਾ ਕਰਕੇ ਭੇਜਣਾ ਕੀਤਾ, ਉਹਨਾਂ ਜ਼ਮਾਨਿਆਂ ਦੀ ਪਿਆਰਿਓ ਉਹ 70 ਲੱਖ ਦੇ ਕਰੀਬ ਦੀ ਉਹ ਚਾਨਣੀ ਸੀ। ਲੇਕਿਨ ਇਹਨਾਂ ਨੂੰ ਮਿੰਟ ਨਹੀਂ ਲੱਗਿਆ, ਅਗਨ ਭੇਟ ਕਰ ਦਿੱਤਾ, ਅੱਗ ਲਾ ਕਰਕੇ ਸਾੜ ਦਿੱਤਾ। ਕਹਿਣ ਦਾ ਭਾਵ ਕਿ ਬਹੁਤ ਦੁਰਲਭ ਨਿਸ਼ਾਨੀਆਂ, ਦੁਰਲਭ ਗ੍ਰੰਥ ਆਦਿਕ ਸਨ, ਉਹ ਸਭ ਪਿਆਰਿਓ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਏ। ਇਸ ਤਰ੍ਹਾਂ ਹੀ ਜਦੋਂ ਇਹ ਕੈਂਥਲ ਦੇ ਵਿੱਚ ਸਨ, ਜਦੋਂ ਇਹਨਾਂ ਨੇ ਇਹ ਗ੍ਰੰਥ ਲਿਖਣਾ ਕੀਤਾ, ਅੰਗਰੇਜ਼ਾਂ ਨੇ ਹਮਲਾ ਕਰ ਦਿੱਤਾ। ਹਮਲਾ ਕਰਕੇ ਰਾਜਾ ਉਦੈ ਸਿੰਘ ਜੀ ਦਾ ਜੋ ਵੀ ਉਹਨਾਂ ਦਾ ਖਜ਼ਾਨਾ ਸੀ, ਉਹਨਾਂ ਦੀ ਲਾਇਬ੍ਰੇਰੀ ਆਦਿਕ, ਉਹਨੂੰ ਸਾੜ ਦਿੱਤਾ, ਉੱਥੇ ਤਹਿਸ ਨਹਿਸ ਕਰ ਦਿੱਤਾ। ਉਹਦੇ ਵਿੱਚ ਪਿਆਰਿਓ ਆ ਜਿਹੜਾ ਗ੍ਰੰਥ ਹੈ ਜਿਹਨੂੰ ਭਾਈ ਰਾਮ ਕੁਵੈਰ ਜੀ ਨੇ ਲਿਖਣਾ ਕੀਤਾ, ਉਹ ਤਹਿਸ ਨਹਿਸ ਹੋ ਗਿਆ, ਉਹਨੂੰ ਇਹਨਾਂ ਨੇ ਵਿਲੁਪਤ ਕਰ ਦਿੱਤਾ। ਲੇਕਿਨ ਉਹਦਾ ਉਤਾਰਾ ਕਵੀ ਰਾਜ ਜੀ ਨੇ ਇਸ ਗ੍ਰੰਥ ਦੇ ਵਿੱਚ ਕਰ ਲਿਆ ਸੀ। ਆਓ ਪਿਆਰਿਓ ਅਗਲੀ ਜੋ ਆਉਣ ਵਾਲੀ ਕਥਾ ਅਧਿਆਏ ਇਹ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਕੈ ਸਿੰਘਨ ਸਭਨ ਤੇ ਪਰਉਪਕਾਰ ਵਿਸਾਲ। ਇਸ ਤਰ੍ਹਾਂ ਪਿਆਰਿਓ, ਜਦੋਂ ਸਾਰੇ ਸਿੰਘਾਂ ਨੇ ਬਾਬਾ ਰਾਮ ਕੁਵੈੜ ਜੀ ਨੂੰ ਬੇਨਤੀ ਕਰਨੀ ਕੀਤੀ, ਕਿਹਾ ਕਿ ਬਾਬਾ ਜੀ ਸਿੱਖ ਜਗਤ ਦੇ ਉੱਤੇ ਇਹ ਤੁਹਾਡਾ ਬਹੁਤ ਵੱਡਾ ਪਰਉਪਕਾਰ ਹੋਵੇਗਾ ਜੇ ਆਪ ਜੀ ਇਤਿਹਾਸ ਸਰਵਣ ਕਰਾਓ, ਗੁਰੂ ਕੀਆਂ ਸਾਖੀਆਂ ਦਾ ਉਚਾਰਨ ਕਰਨਾ ਕਰੋ। ਜੇ ਇਹ ਅਸੀਂ ਲਿਖ ਲੈਂਦੇ ਹਾਂ, ਇਹ ਗ੍ਰੰਥ ਜੇ ਬਣ ਜਾਵੇਗਾ ਤੇ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਇਹ ਸੇਧ ਪ੍ਰਾਪਤ ਹੋਵੇਗੀ। ਉਹਨਾਂ ਨੂੰ ਪਤਾ ਲੱਗੇਗਾ ਕਿ ਸਤਿਗੁਰੂ ਮਹਾਰਾਜ ਜੀ ਨੇ ਕੀ ਕੌਤਕ ਕਰਨਾ ਕੀਤਾ। ਇਹ ਬਹੁਤ ਵੱਡਾ ਆਪ ਜੀ ਦਾ ਉਪਕਾਰ ਹੋਵੇਗਾ। ਨੌ ਸਤਿਗੁਰ ਇਤਿਹਾਸ ਜਸ ਔਰ ਵਿਚਾਰ ਤਿਸ ਕਾ। ਫਿਰ ਬਾਬਾ ਰਾਮ ਕੁਵੈੜ ਜੀ ਨੇ 9 ਸਤਿਗੁਰੂ ਮਹਾਰਾਜ ਜੀ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵੀ ਉਹਨਾਂ ਨੇ ਉਚਾਰਨ ਕੀਤਾ, ਲੇਕਿਨ ਕਵੀ ਰਾਜ ਜੀ ਨੇ ਉਹ ਸਾਰਾ ਇਤਿਹਾਸ ਲਿਖ ਲਿਆ। ਹੁਣ ਦੂਜੇ ਪਾਤਸ਼ਾਹ ਜੀ ਤੋਂ 10ਵੇਂ ਪਾਤਸ਼ਾਹ ਜੀ ਤੱਕ 9 ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਭਾਈ ਰਾਮ ਕੁਵੈੜ ਜੀ ਸਾਵਧਾਨ ਹੋ ਕਰਕੇ ਉਚਾਰਨ ਕਰ ਰਹੇ ਹਨ। ਚੌਪਈ ਭਾਈ ਰਾਮ ਕੁਵੈੜ ਸਵਧਾਨ। ਭਾਈ ਰਾਮ ਕੁਵੈੜ ਜੀ ਐ ਤਿਆਰ ਪਰ ਤਿਆਰ ਸਾਵਧਾਨ ਹੋ ਕਰਕੇ ਕਹਿਣ ਲਗੇ ਗੁਰ ਕਥਾ ਮਹਾਨ। ਇਹ ਜੋ ਕਥਾ ਹੈ ਸਤਿਗੁਰੂ ਮਹਾਰਾਜ ਜੀ ਦੀ, ਮਹਾਨ ਤੋਂ ਕੇ ਪਠਤ ਸੁਨਤ ਮਨ ਪਾਵਨ। ਕਵੀ ਰਾਜ ਜੀ ਕਹਿੰਦੇ ਕਿ ਭਾਈ ਜੀ ਇਹ ਧਰਮ ਅਰਥ ਕਾਮ ਮੋਖ ਦੀ ਇਹ ਕਥਾ ਦਾਇਨੀ ਹੈ, ਦੇਣ ਵਾਲੀ ਹੈ। ਅਪਰ ਮਹਾਤਮ ਕਹਾਂ ਸੋ ਕਹੀਏ। ਇਸ ਤੋਂ ਇਲਾਵਾ ਕਥਾ ਦਾ ਪਿਆਰਿਓ ਅਸੀਂ ਕੀ ਮਹਾਤਮ ਦੱਸਣਾ ਕਰੀਏ। ਮਹਾਰਾਜ ਨੇ ਕਿਹਾ ਨਾ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਪਿਆਰਿਓ ਇਹ ਜੋ ਕਥਾ ਜਿਹੜੀ ਹੈ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਇਹ ਸਭ ਤੋਂ ਊਤਮ ਕਥਾ ਹੈ। ਇਹਦਾ ਆਪਾਂ ਕੋਈ ਵਰਣਨ, ਇਹਦਾ ਮਹਾਤਮ ਨਹੀਂ ਦੱਸ ਸਕਦੇ। ਉੱਤਮ ਸਿੱਖੀ ਕਹੋ ਪਦ ਲਹੀਏ। ਇਹਦੇ ਨਾਲ ਕੀ ਹੁੰਦਾ, ਸਿੱਖੀ ਦਾ ਉੱਤਮ ਪਦ ਜਿਹੜਾ ਹੈ ਇਹ ਪ੍ਰਾਪਤ ਹੁੰਦਾ। ਸਾਨੂੰ ਪਤਾ ਲੱਗਦਾ ਪਿਆਰਿਓ, ਜਦੋਂ ਦੂਜਿਆਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਸਿੱਖਾਂ ਦਾ, ਉਹਨਾਂ ਦੀਆਂ ਸਾਖੀਆਂ ਪੜ੍ਹਦੇ ਹਾਂ, ਉਹ ਸਾਖੀਆਂ ਸਾਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਚਾਹੀਦਾ। ਇਹ ਨਹੀਂ ਹੈ ਕਿ ਭਾਈ ਸਿਰਫ ਇਹ ਕੰਨ ਦਾ ਰਸ ਬਣ ਗਿਆ, ਸੁਣਨ ਦਾ ਆਪਾਂ ਨੇ ਬਸ ਕੰਨਾਂ ਤੋਂ ਸੁਣ ਲਿਆ ਤੇ ਦੂਜਿਆਂ ਨੂੰ ਕਹਿ ਦਿੱਤਾ, ਇੱਕ ਗਿਆਨ ਦਾ ਸੰਚੈ ਕਰਨਾ ਕੀਤਾ। ਨਹੀਂ ਪਿਆਰਿਓ, ਇੱਥੇ ਕਵੀ ਰਾਜ ਜੀ ਕਹਿੰਦੇ ਹਨ ਇਹਨੂੰ ਜਦੋਂ ਆਪਾਂ ਸਰਵਣ ਕਰਦੇ ਹਾਂ ਤੇ ਇਹਦਾ ਮੰਨਣ ਵੀ ਕਰਨਾ ਚਾਹੀਦਾ, ਨਿਧਿਆਸਨ ਵੀ ਕਰਨਾ ਚਾਹੀਦਾ, ਤਾਂ ਸਾਨੂੰ ਸਿੱਖੀ ਦਾ ਪਦ ਪ੍ਰਾਪਤ ਹੁੰਦਾ ਕਿ ਭਾਈ ਕਿਹੋ ਜੀ ਸਿੱਖੀ ਹੈ, ਸਿੱਖੀ ਨੂੰ ਕਿਸ ਤਰ੍ਹਾਂ ਕਮਾਉਣਾ ਚਾਹੀਦਾ। ਜਦੋਂ ਗੁਰੂਆਂ ਦਾ ਇਤਿਹਾਸ, ਇਹਦੇ ਵਿੱਚ ਪਿਆਰਿਓ ਸਿੱਖਾਂ ਦੀਆਂ ਵੀ ਸਾਖੀਆਂ ਹਨ। ਜਦੋਂ ਉਹਨਾਂ ਸਿੱਖਾਂ ਦੀ ਸਾਖੀ ਆਪਾਂ ਪੜ੍ਹਦੇ ਹਾਂ, ਭਾਈ ਬਹਿਲੋ ਜੀ ਹੋਏ, ਭਾਈ ਸਾਲੋ ਜੀ ਹੋਏ ਹਨ, ਗੁਰ ਅੰਗਦ ਦੇਵ ਜੀ ਮਹਾਰਾਜ ਜੀ ਦੇ ਨਿਕਟਵਰਤੀ ਸੇਵਕ ਭਾਈ ਧਿੰਗਾ ਨਾਈ ਹੋਇਆ, ਤੇ ਇਸ ਤਰ੍ਹਾਂ ਬੇਅੰਤ ਜਿਹੜੇ ਭਾਈ ਬੱਲੂ ਆਦਿਕ, ਉਹਨਾਂ ਦਾ ਵੀ ਇਤਿਹਾਸ ਪੜ੍ਹਦੇ ਆ ਤੇ ਸਾਨੂੰ ਪਤਾ ਚੱਲਦਾ ਕਿ ਸਿੱਖੀ ਕਿਸ ਤਰ੍ਹਾਂ ਪ੍ਰਾਪਤ ਕਰੀਦੀ ਹੈ, ਸਿੱਖੀ ਦੀ ਕਮਾਈ ਕਿਸ ਤਰ੍ਹਾਂ ਕਰਨੀ ਹੈ। ਸ਼ਰੋਤਾ ਹੋਤ ਪਏ ਸਵਧਾਨ। ਜਦੋਂ ਬਾਬਾ ਰਾਮ ਕੁਵੈੜ ਜੀ ਤਿਆਰ ਪਰ ਤਿਆਰ ਹੋਏ ਤੇ ਸ਼ਰੋਤੇ ਜਿਹੜੇ ਉਹਨਾਂ ਨੇ ਵੀ ਪਿਆਰਿਓ ਲੱਕ ਸਿੱਧਾ ਕਰ ਲਿਆ, ਭਾਵ ਕਿ ਉਹ ਵੀ ਸਾਵਧਾਨ ਹੋ ਗਏ। ਮਹਾਰਾਜ ਜੀ ਨੇ ਕਿਹਾ ਨਾ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਏਕਾਗਰ ਚੀਤ। ਸਾਵਧਾਨ ਹੋ ਕਰਕੇ, ਇਕਾਗਰ ਚਿੱਤ ਹੋ ਕਰਕੇ ਪਿਆਰਿਓ ਜਦੋਂ ਆਪਾਂ ਕਥਾ ਸਰਵਣ ਕਰਦੇ ਹਾਂ, ਕੀਰਤਨ ਸਰਵਣ ਕਰਦੇ ਹਾਂ, ਨਾਮ ਬਾਣੀ ਦਾ ਅਭਿਆਸ ਕਰਦੇ ਹਾਂ, ਤੇ ਸਾਵਧਾਨ ਤੇ ਇਕਾਗਰਤਾ ਪਿਆਰਿਓ ਇਹ ਜ਼ਰੂਰੀ ਹੈ। ਕਈ ਵਾਰੀ ਕੀ ਹੁੰਦਾ, ਆਪਾਂ ਵੇਖਦੇ ਹਾਂ ਤੇ ਸਾਵਧਾਨ ਨਹੀਂ ਹੁੰਦੇ। ਕਈ ਆਪਾਂ ਵੇਖਦੇ ਹਾਂ ਸਰੋਤੇ ਜਿਹੜੇ ਕਥਾ ਨੂੰ ਸਰਵਣ ਕਰਨ ਵਾਲੇ, ਉਹ ਫਿਰ ਝਕੋਲੇ ਖਾਂਦੇ ਹਨ, ਨੀਂਦ ਆ ਜਾਂਦੀ ਹੈ, ਨੀਵੀਆਂ ਪਾ ਕਰਕੇ ਸੋਈ ਜਾਣਾ। ਇਹ ਪਿਆਰਿਓ ਸਾਵਧਾਨਤਾ ਦੀ ਨਿਸ਼ਾਨੀ ਨਹੀਂ ਹੈ।
ਸਾਵਧਾਨ ਦਾ ਮਤਲਬ ਐਨ ਤਿਆਰ ਪਰ ਤਿਆਰ ਹੋ ਕਰਕੇ ਪੂਰਾ ਧਿਆਨ ਤੇ ਇਕਾਗਰ ਚਿੱਤ। ਕਈ ਵਾਰੀ ਆਪਾਂ ਸਾਵਧਾਨਤਾ ਹੋ ਜਾਂਦੇ ਆ, ਇਕਾਗਰ ਚਿੱਤ ਹੋਣਾ ਇਹ ਬਹੁਤ ਜ਼ਿਆਦਾ ਕਠਿਨ ਹੈ, ਕਿਉਂਕਿ ਸਾਵਧਾਨਤਾ ਇਹ ਸਰੀਰ ਦੀ ਕਿਰਿਆ ਹੈ, ਆਪਾਂ ਕਰ ਲੈਂਦੇ ਆ, ਲੇਕਿਨ ਮਨ ਜਿਹੜਾ ਪਿਆਰਿਓ ਉਹ ਕਈ ਵਾਰੀ ਬਹੁਤ ਦੌੜ ਜਾਂਦਾ, ਪਤਾ ਨਹੀਂ ਕਿੱਥੇ ਕਿੱਥੇ ਜਾ ਕਰਕੇ ਆ ਜਾਂਦਾ। ਫਿਰ ਵੀ ਇਹ ਚਾਹੀਦਾ ਕਿ ਭਾਈ ਜਿੰਨਾ ਹੋ ਸਕੇ ਮਨ ਨੂੰ ਤੇ ਦੂਜੇ ਪਾਸਿਆਂ ਤੋਂ ਹਟਾ ਕਰਕੇ ਤੇ ਇਕਾਗਰ ਕਥਾ ਦੇ ਵੱਲ ਉਹਨੂੰ ਇਕਾਗਰਤਾ ਦੇ ਨਾਲ ਉਹਨੂੰ ਸਰਵਣ ਕੀਤਾ ਜਾਵੇ। ਸ਼ਰਵਨ ਕਰਨ ਲਾਗੇ ਰੁਚ ਠਾਨ। ਸਾਰੇ ਜਿਹੜੇ ਹਨ ਗੁਰੂ ਕੇ ਪਿਆਰੇ, ਉਹਨਾਂ ਦੇ ਮਨ ਦੇ ਵਿੱਚ ਬੜੀ ਰੁਚੀ ਹੈ, ਬੜਾ ਚਾਅ ਉਹਨਾਂ ਨੂੰ ਚੜਿਆ ਹੋਇਆ ਹੈ ਤੇ ਉਹਨਾਂ ਨੇ ਕਥਾ ਨੂੰ ਸਰਵਣ ਕਰਨਾ ਕੀਤਾ। ਭਾਈ ਰਾਮ ਕੁਏਰ ਉਵਾਚ। ਭਾਈ ਰਾਮ ਕੁਏਰ ਜੀ ਉਵਾਚ, ਉਹ ਉਚਾਰਨ ਕਰਦੇ ਹਨ। ਇਹ ਹੁਣ ਇਥੋਂ ਕਥਾ ਉਹਨਾਂ ਨੇ ਉਚਾਰਨ ਕਰਨੀ ਕੀਤੀ। ਚੌਪਈ ਪ੍ਰਥਮ ਚਰਨ ਕਲਕਾਲ ਵਿਸਾਲਾ। ਕਹਿੰਦੇ ਕਿ ਭਾਈ ਸਭ ਤੋਂ ਪਹਿਲਾਂ ਇਹ ਕਲਯੁਗ ਦਾ ਜਿਹੜਾ ਬਹੁਤ ਭਿਆਨਕ ਸਮਾਂ ਹੈ, ਜਿਹ ਤਹ ਲਾਗੇ ਕਰਨ ਕੁਚਾਲਾ। ਜਿੱਥੇ ਕਿਥੇ ਲੋਕੀ ਜਿਹੜੇ ਹਨ ਕੁਚਾਲਾ ਖੋਟੇ ਕੰਮ ਕਰਨ ਵਾਸਤੇ ਪ੍ਰਵਿਰਤ ਹੋ ਗਏ। ਮਤ ਬਿਸਰਤੇ ਅਨੇਕ ਕੁਢਾਲੇ। ਤੇ ਮਤ ਬਿਸਤਰੇ ਅਨੇਕ ਕੁਢਾਰ ਹੋ ਰਿਹਾ। ਕੁਢਾਲੇ ਦਾ ਭਾਵ ਕਿ ਖੋਟੀ ਮਤ ਜਿਹੜੀ ਹੈ, ਕਿਉਂਕਿ ਚਲੋ ਚੰਗੀ ਮਤ ਦਾ ਪ੍ਰਚਾਰ ਹੋਵੇ ਤੇ ਆਪਾਂ ਮੰਨ ਸਕਦੇ ਆ, ਲੇਕਿਨ ਖੋਟੀ ਮਤ ਦਾ ਪ੍ਰਚਾਰ, ਖੋਟੇ ਧਰਮਾਂ ਦਾ ਪ੍ਰਚਾਰ, ਗਲਤ ਕੰਮਾਂ ਦੇ ਵਾਸਤੇ ਪ੍ਰਵਿਰਤ ਕਰਨਾ, ਇਹਨਾਂ ਦਾ ਬੜਾ ਪ੍ਰਚਾਰ ਚੱਲ ਰਿਹਾ। ਨਹਿ ਸਿਮਰਹਿ ਸਤਨਾਮ ਸੁਖਾਲੇ। ਲੋਕੀ ਜਿਹੜੇ ਹਨ ਜੋ ਸੁੱਖਾਂ ਨੂੰ ਦੇਣ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਭਾਵ ਕਿ ਪਰਮਾਤਮਾ ਦਾ ਨਾਮ ਉਹ ਨਹੀਂ ਜਪ ਰਹੇ ਹਨ। ਕੀਤਿਕ ਮਤ ਗਿਨੀਏ ਜਗ ਭਏ। ਜਗਤ ਦੇ ਵਿੱਚ ਪਿਆਰਿਓ ਕਿੰਨੇ ਕੋ ਮਤ ਹੋ ਗਏ, ਆਪਾਂ ਉਹਨਾਂ ਦੀ ਕੀ ਗਿਣਤੀ ਕਰ ਸਕਦੇ ਆ। ਅੱਜ ਵੀ ਪਿਆਰਿਓ ਇੱਕ ਮੋਟੇ ਪੈਮਾਨਿਆਂ ਦੇ ਉੱਤੇ ਪੂਰੀ ਧਰਤੀ ਦੇ ਉੱਤੇ 300 ਦੇ ਕਰੀਬ ਜਿਹੜੇ ਹਨ, ਜੇ ਬਹੁਤ ਛੋਟੇ ਛੋਟੇ ਧਰਮਾਂ ਨੂੰ ਆਪਾਂ ਛੱਡ ਦਈਏ, 300 ਦੇ ਕਰੀਬ ਪਿਆਰਿਓ ਧਰਮ ਹਨ ਤੇ 3000 ਦੇ ਕਰੀਬ ਜਿਹੜੀ ਹੈ ਭਾਸ਼ਾਵਾਂ ਹਨ, ਵੱਖਰੀ ਵੱਖਰੀ ਬੋਲੀ ਹੈ। ਇਸ ਤਰ੍ਹਾਂ ਨਿਤ ਨਵੇਂ ਮਤ ਚੱਲਣ ਲੱਗ ਪਏ। ਤਨਕ ਸਿੱਧ ਲਹਿ ਪੰਥ ਚਲੇ। ਤੇ ਤਨਕ ਸਿੱਧ ਲਹਿ ਪੰਥ ਚਲੇ। ਜਿਨ੍ਹਾਂ ਨੂੰ ਤਨਕ ਮਾਤਰ ਵੀ ਜਿਹੜੀ ਹੈ ਸਿੱਧੀ ਦੀ ਪ੍ਰਾਪਤੀ ਹੋ ਗਈ, ਥੋੜਾ ਕੋ ਜਿਨ੍ਹਾਂ ਨੂੰ ਜਿਹੜਾ ਸਿੱਧੀ ਦੀ ਪ੍ਰਾਪਤੀ ਹੋ ਗਈ ਹੈ, ਕਰਾਮਾਤ ਆਦਿਕ ਆ ਗਏ, ਤੇ ਉਹਨਾਂ ਨੇ ਪਿਆਰਿਓ ਆਪਣਾ ਪੰਥ, ਆਪਣਾ ਰਾਹ ਤੋੜਨਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਨਾ ਬਚਿੱਤਰ ਨਾਟਕ ਦੇ ਵਿੱਚ ਕਿ ਜਿਨ ਜਿਨ ਤਨਕ ਸਿੱਧ ਕੋ ਪਾਈ ਤਿਨ ਵੀ ਆਪਣੋ ਰਾਹ ਚਲਾਈ। ਜਿਨ੍ਹਾਂ ਨੇ ਪਿਆਰਿਓ ਤਨਕ ਮਾਤਰ ਭਾਵ ਕਿ ਰੱਤਾ ਮਾਤਰ ਜਿਨ੍ਹਾਂ ਨੂੰ ਸਿੱਧੀ ਦੀ ਪ੍ਰਾਪਤੀ ਹੋਈ, ਥੋੜੀ ਕੋ ਕਰਾਮਾਤ ਆ ਗਈ ਹੈ, ਥੋੜੀ ਕੋ ਉਹਨਾਂ ਦੀ ਵਾਹਵਾਹੀ ਹੋ ਗਈ, 4 ਬੰਦੇ ਜਦੋਂ ਉਹਨਾਂ ਦੇ ਮਗਰ ਲੱਗ ਗਏ, ਉਹਨਾਂ ਨੇ ਵੀ ਪਿਆਰਿਓ ਇੱਕ ਆਪਣਾ ਨਵਾਂ ਧਰਮ, ਨਵਾਂ ਪੰਥ ਉਹਨਾਂ ਨੇ ਤੋੜਨਾ ਕੀਤਾ। ਪਰਮੇਸ਼ਰ ਕੋ ਨਹਿ ਪਹਿਚਾਨੈ। ਕੋਈ ਵੀ ਜਿਹੜਾ ਪਰਮੇਸ਼ਰ ਨੂੰ ਨਹੀਂ ਪਹਿਚਾਨ ਰਿਹਾ ਹੈ। ਅਪਰ ਵਿਧਨ ਉਪਦੇਸ਼ ਬਖਾਨੈ। ਅਪਰ ਵਿਧਨ ਭਾਵ ਕਿ ਦੂਜਾ ਤੀਜਾ ਤਾਂ ਬੜਾ ਉਪਦੇਸ਼ ਦਿੰਦੇ ਹਨ, ਲੇਕਿਨ ਉਪਦੇਸ਼ ਦੇ ਵਿੱਚ ਪਰਮਾਤਮਾ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਉਹ ਉਪਦੇਸ਼ ਪਿਆਰਿਓ ਕਾਹਦਾ ਉਪਦੇਸ਼ ਹੈ ਜਿਹਦੇ ਵਿੱਚ ਰੱਬ ਦੀ ਗੱਲ ਨਾ ਹੋਵੇ। ਅੱਜ ਵੀ ਆਪਾਂ ਵੇਖਦੇ ਹਾਂ ਬਹੁਤਾਤ ਦੇ ਵਿੱਚ ਪਿਆਰਿਓ ਸਿੱਖ ਪੰਥ ਦੇ ਵਿੱਚ ਵੀ ਇਹ ਹੋ ਰਿਹਾ ਹੈ ਕਈ ਥਾਵਾਂ ਦੇ ਵਿੱਚ, ਤੇ ਉਹ ਕਹਿ ਦਿੰਦੇ ਕਿ ਭਾਈ ਫਲਾਣਾ ਬਾਬਾ ਜਾਂ ਢਿਮਕਾਣਾ ਜਿਹੜਾ ਉਪਦੇਸ਼ ਦੇ ਰਿਹਾ, ਉਹਨਾਂ ਦੇ ਉਪਦੇਸ਼ ਦੇ ਵਿੱਚ ਕੋਈ ਗੁਰਬਾਣੀ ਦੀ ਚਰਚਾ ਨਹੀਂ ਹੈ, ਕੋਈ ਗੁਰਬਾਣੀ ਦੀ ਕਥਾ ਨਹੀਂ ਹੈ, ਕੋਈ ਇਤਿਹਾਸ ਦੀ ਕਥਾ ਨਹੀਂ ਹੈ। ਬਸ ਪਿਆਰਿਓ ਜਦੋਂ ਵੀ ਉਪਦੇਸ਼ ਦਿੰਦੇ ਹਨ ਇੱਕ ਤਰਕ ਮਾਰ ਕਰਕੇ, ਤੇ ਉਹਦੇ ਵਿੱਚ ਕੋਈ ਪਰਮਾਤਮਾ ਦਾ ਜਸ ਨਹੀਂ ਹੈ, ਸੰਸਾਰੀਆਂ ਗੱਲਾਂ ਕਰਨੀਆਂ। ਜੀ ਅੱਜ ਇਹ ਹੋ ਰਿਹਾ, ਅੱਜ ਉਹ ਹੋ ਗਿਆ, ਉਹ ਫਲਾਣੇ ਮੰਤਰੀ ਨੇ ਇਹ ਕਰ ਦਿੱਤਾ। ਭਾਈ ਤੈਨੂੰ ਕੀ ਲੈਣਾ ਦੇਣਾ? ਜੇ ਉਸ ਬਾਬਤ ਬੋਲਣਾ ਤੇ ਤੂੰ ਵੀ ਮੰਤਰੀ ਬਣ ਜਾ, ਉਹ ਫਿਰ ਰਾਜਨੀਤਿਕ ਸਟੇਜਾਂ ਤੇ ਵਿੱਚ ਜਾ ਕਰਕੇ ਤੂੰ ਬੋਲਣਾ ਕਰ, ਉਹਨਾਂ ਦੀ ਨਿਖੇਧੀ ਕਰਨਾ ਕਰ। ਲੇਕਿਨ ਗੁਰੂ ਘਰ ਦੇ ਵਿੱਚ ਬੈਠ ਕਰਕੇ ਜਾਂ ਪ੍ਰਚਾਰਕ ਬਣ ਕਰਕੇ ਲੋਕਾਂ ਨੂੰ ਕਹਿਣਾ ਜੀ ਮੈਂ ਤਾਂ ਧਰਮ ਦਾ ਪ੍ਰਚਾਰ ਕਰ ਰਿਹਾ ਹਾਂ,
ਲੇਕਿਨ ਪਿਆਰਿਓ ਉਹਦੇ ਵਿੱਚ ਕੋਈ ਪ੍ਰਮਾਤਮਾ ਦਾ ਜਸ ਨਹੀਂ ਹੈ, ਕੋਈ ਗੁਰਾਂ ਦਾ ਜਸ ਨਹੀਂ ਹੈ, ਸਿਰਫ ਆਪਣੀਆਂ ਗੱਲਾਂ। ਹੁਣ ਕਈ ਵਾਰੀ ਆਪਾਂ ਇਹ ਵੀ ਵੇਖਦੇ ਹਾਂ, ਕਈ ਡੇਰਿਆਂ ਦੇ ਵਿੱਚ ਪਿਆਰਿਓ ਇਹ ਗੱਲ ਸੱਚੀ ਗੱਲ ਹੈ, ਤੇ ਜਿਨ੍ਹਾਂ ਡੇਰਿਆਂ ਦੇ ਵਿੱਚ ਤੇ ਜਿਹੜੇ ਡੇਰੇ ਦੇ ਵਿੱਚ ਰਹਿੰਦੇ ਤੇ ਉਹਨਾਂ ਡੇਰੇ ਵਾਲਿਆਂ ਦੀ ਪਿਆਰਿਓ ਕਥਾ ਦੇ ਵਿੱਚ ਗੱਲ ਕਰੀ ਜਾਣਾ। ਜਦੋਂ ਵੀ ਕਥਾ ਕਰਨੀ ਜੀ, ਸਾਡੇ ਬਾਬਾ ਜੀ ਇੰਜ ਬੋਲਿਆ ਕਰਦੇ ਸਨ, ਤੇ ਸਾਡੇ ਉਹ ਮਹਾਂਪੁਰਖਾਂ ਨੇ ਇਹ ਕਰਨਾ, ਊਲ ਫਜੂਲ ਜਿਹੜਾ ਕੁਝ ਵੀ ਲਾ ਲਮਕਾ ਕਰਕੇ ਕਹੀ ਜਾਣਾ, ਤੇ ਇੱਕ ਪਿਆਰਿਓ ਅਸਲ ਦੇ ਵਿੱਚ ਕਥਾ ਨਹੀਂ ਹੈ। ਜਦੋਂ ਆਪਾਂ ਕਥਾ ਕਰਦੇ ਹਾਂ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ, ਭਾਵੇਂ ਜਿੱਥੇ ਮਰਜੀ ਆਪ ਜੀ ਕਰਨਾ ਕਰੋ, ਇੱਕ ਗੱਲ ਨੋਟ ਕਰਨੀ ਚਾਹੀਦੀ ਹੈ, ਪ੍ਰਮਾਤਮਾ ਦਾ ਜਸ ਕਰੋ, ਗੁਰੂਆਂ ਦਾ ਜਸ ਕਰੋ। ਤੇ ਜਿਹੜੇ ਭਗਤ ਹਨ ਜਿਨ੍ਹਾਂ ਨੇ ਕਮਾਈ ਕਰਨੀ ਕੀਤੀ ਹੈ, ਚਲੋ ਉਹਨਾਂ ਦਾ ਵੀ ਜਸ ਕਰਨਾ ਚਾਹੀਦਾ। ਤੇ ਪਿਆਰਿਓ ਜਿਹੜੇ ਸੰਤ ਮਹਾਂਪੁਰਖ, ਚਲੋ ਕੋਈ ਟੂਕ ਮਾਤਰ ਕੋਈ ਗੱਲ ਢੁੱਕਦੀ ਹੈ ਤੇ ਫਿਰ ਉਹਨਾਂ ਦੀ ਕੋਈ ਸਾਖੀ ਜਾਂ ਉਹਨਾਂ ਦਾ ਕੋਈ ਬਚਨ ਵੀ ਆਪਾਂ ਕਰ ਸਕਦੇ ਹਾਂ। ਲੇਕਿਨ ਸਾਧ ਭਾਈ ਉਹਨਾਂ ਨੇ ਇਹ ਬੋਲਿਆ, ਅੱਜ ਕੱਲ ਇਹ ਵੀ ਬੜਾ ਚੱਲ ਰਿਹਾ ਕਿ ਗੁਰਬਾਣੀ ਦਾ ਜਿਹੜਾ ਸਿਧਾਂਤ ਨਹੀਂ ਦ੍ਰਿੜ ਕਰਵਾਉਣਾ, ਗੁਰਬਾਣੀ ਦੀ ਸਿੱਖਿਆ ਨਹੀਂ ਦੇਣੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕੀ ਬੋਲਦੇ ਹਨ। ਕੁਝ ਵੀ ਗੱਲਾਂ ਜਿਹੜੀਆਂ ਹਨ ਜੀ, ਉਹ ਫਲਾਣੇ ਬਾਬੇ ਨੇ ਇੰਜ ਬੋਲਿਆ, ਉਹਨੇ ਇੰਜ ਬੋਲਣਾ ਕੀਤਾ, ਬਸ ਆਪਣਾ ਵੀ ਪ੍ਰਚਾਰ ਕਰਨਾ, ਆਪਣੇ ਡੇਰਿਆਂ ਦਾ, ਆਪਣੇ ਸੰਤਾਂ ਦਾ ਪ੍ਰਚਾਰ ਕਰਨਾ, ਇਹ ਪਿਆਰਿਓ ਗਲਤ ਗੱਲ ਹੈ। ਅਸਲ ਦੇ ਵਿੱਚ ਕਥਾ ਦੇ ਵਿੱਚ ਤਾਂ ਸਿਰਫ ਰੱਬ ਦੀ, ਗੁਰੂਆਂ ਦੀ ਉਸਤਤੀ ਹੋਣੀ ਚਾਹੀਦੀ ਹੈ, ਗੁਰਬਾਣੀ ਦਾ ਜਸ ਕਰਨਾ ਚਾਹੀਦਾ। ਲੇਕਿਨ ਇਹ ਲੋਕ ਜਿਹੜੇ ਹਨ ਉਪਦੇਸ਼ ਤਾਂ ਦਿੰਦੇ, ਲੇਕਿਨ ਪ੍ਰਮਾਤਮਾ ਦਾ ਉਹਦੇ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਹੈ। ਪੂਰਬ ਜੁਗਨ ਬਿਖੈ ਤਪ ਜਗ, ਤੇ ਪਹਿਲੇ ਜੁਗਾਂ ਦੇ ਵਿੱਚ ਪਿਆਰਿਓ ਲੋਕੀ ਜਗ ਕਰਦੇ ਸਨ, ਤਪ ਕਰਦੇ ਸਨ। ਕਰ ਕਰ ਸਾਧਨ ਭਏ ਤਤੱਗ, ਕਰ ਕਰਕੇ ਸਾਧਨਾ, ਭਾਵ ਕੇ ਬਹੁਤ ਜ਼ਿਆਦੀ ਸਾਧਨਾ ਕਰਕੇ ਉਹ ਤਤੱਗ ਬਣਦੇ ਸਨ, ਤਤਾਂ ਦੇ ਗਿਆਤਾ ਬਣਦੇ ਸਨ, ਬ੍ਰਹਮ ਗਿਆਨੀ ਬਣਦੇ ਸਨ। ਕਲ ਮਹਿ ਸ਼ਕਤਹੀਨ ਨਰ ਰਹੇ, ਲੇਕਿਨ ਕਲਯੁਗ ਦੇ ਇਸ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਪਿਆਰਿਓ ਨਾ ਧੀਰਜ ਵੀ ਨਹੀਂ ਹੈ, ਉਨੀ ਸ਼ਕਤੀ ਵੀ ਨਹੀਂ ਹੈ ਕਿ ਭਾਈ ਲੰਬਾ ਸਮਾਂ ਤੇ ਰਹਿ ਕਰਕੇ ਇਬਾਦਤ ਕਰਨਾ ਕਰੀਏ, ਬੰਦਗੀ ਕਰਨਾ ਕਰੀਏ। ਕਿਸ ਪ੍ਰਕਾਰ ਮੁਕਤੀ ਕੋ ਲਹੇ, ਇਹ ਕਿਸ ਤਰ੍ਹਾਂ ਪਿਆਰਿਓ ਮੁਕਤੀ ਦੀ ਪ੍ਰਾਪਤੀ ਕਰ ਸਕਦੇ ਹਨ, ਭਾਵ ਕਿ ਮੁਕਤੀ ਦਾ ਕੋਈ ਇਹਨਾਂ ਨੇ ਸਾਧਨ ਨਹੀਂ ਅਪਣਾਉਣਾ ਕੀਤਾ, ਕਦੇ ਸੇਵਾ ਸਿਮਰਨ ਜਪ ਤਪ ਨਹੀਂ ਕਰਨਾ ਕੀਤਾ, ਤੇ ਇਹ ਬੰਦੇ ਕਿਸ ਤਰ੍ਹਾਂ ਮੁਕਤ ਹੋਣਗੇ। ਕਰਤਾ ਪੁਰਖ ਵਿਚਾਰਨ ਕੀ, ਤੇ ਕਰਤਾ ਪੁਰਖ ਨੇ ਵਾਹਿਗੁਰੂ ਜੀ ਨੇ ਇਹ ਗੱਲ ਦੇ ਉੱਤੇ ਵਿਚਾਰ ਕਰਨੀ ਕੀਤੀ। ਜਾਣੇ ਕਲ ਮਹਿ ਜੀਵ ਜੇ ਦੀਨ, ਉਹਨਾਂ ਨੇ ਜਾਣਨਾ ਕੀਤਾ ਕਿ ਕਲਯੁਗ ਦੇ ਸਮੇਂ ਦੇ ਵਿੱਚ ਲੋਕ ਬੜੇ ਦੀਨ ਹੋ ਗਏ ਹਨ। ਸਤਨਾਮ ਸਿਮਰਹਿ ਸੁਖ ਹੋਏ, ਤੇ ਇਹਨਾਂ ਨੂੰ ਸੁਖ ਉਦੋਂ ਪ੍ਰਾਪਤ ਹੋ ਸਕਦਾ ਜਦੋਂ ਇਹਨਾਂ ਨੇ ਸੱਚੇ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ, ਨਾਮ ਜਪਣਾ ਹੈ। ਇਸ ਬਿਨ ਆਨ ਉਪਾਇ ਨ ਕੋਈ, ਇਸ ਤੋਂ ਇਲਾਵਾ ਪਿਆਰਿਓ ਕੋਈ ਸੰਸਾਰ ਦੇ ਵਿੱਚ ਉਪਾਅ ਨਹੀਂ ਹੈ। ਗੁਰਬਾਣੀ ਨੇ ਇਹ ਫੈਸਲਾ ਦਿੱਤਾ ਕਿ ਕਲ ਕੇਵਲ ਨਾਮ ਆਧਾਰ, ਕਿ ਕਲਯੁਗ ਦਾ ਸਮਾਂ ਜਿਹੜਾ ਨਾ ਪਿਆਰਿਓ, ਇਹ ਸਿਰਫ ਨਾਮ ਦੇ ਆਧਾਰ ਦੇ ਉੱਤੇ, ਨਾਮ ਦੇ ਆਸਰੇ ਦੇ ਉੱਤੇ ਟਿਕਿਆ ਹੋਇਆ ਹੈ। ਆਪ ਜਾਇ ਕਰ ਸੁਮਤ ਬਤਾਵਾਂ, ਤੇ ਪ੍ਰਮਾਤਮਾ ਨੇ ਮਨ ਵਿੱਚ ਵਿਚਾਰ ਕਰਨੀ ਕੀਤੀ ਕਿ ਪਹਿਲੇ ਤਾਂ ਮੈਨੇ ਬਥੇਰਿਆਂ ਨੂੰ ਭੇਜਿਆ, ਉਹਨਾਂ ਨੇ ਆਪਣਾ ਆਪਣਾ ਮਾਰਗ ਚਲਾ ਲਿਆ, ਪ੍ਰਮਾਤਮਾ ਨੂੰ ਉਹ ਇਹ ਕਰਕੇ ਆਪਣੀ ਪੂਜਾ ਉਹਨਾਂ ਨੇ ਕਰਾਉਣੀ ਕੀਤੀ। ਹੁਣ ਰੱਬ ਜੀ ਨੇ ਵਿਚਾਰ ਕੀਤਾ ਕਿ ਹੁਣ ਮੈਂ ਸੰਸਾਰ ਦੇ ਵਿੱਚ ਆਪ ਜਾਵਾਂ, ਆਪ ਜਾ ਕਰਕੇ ਲੋਕਾਂ ਨੂੰ ਸ੍ਰੇਸ਼ਟ ਮਾਰਗ ਦੇ ਉੱਤੇ ਲਾਵਾਂ। ਪਰੇ ਕੁਮਗ ਤੇ ਸੁਮਗ ਚਲਾਵਾਂ, ਜਿਹੜੇ ਕੁਮਗ ਖੋਟੇ ਮਗ ਦੇ ਉੱਤੇ ਪਏ ਹੋਏ ਹਨ, ਉਹਨਾਂ ਨੂੰ ਖੋਟੇ ਮਤ ਤੋਂ ਹਟਾ ਕਰਕੇ ਸ੍ਰੇਸ਼ਟ ਜੋ ਰੱਬ ਦਾ ਮਾਰਗ ਜਿਹੜਾ ਹੈ, ਉਸ ਮਾਰਗ ਦੇ ਮੈਂ ਇਹਨਾਂ ਨੂੰ ਪਾਂਧੀ ਬਣਾਉਣਾ ਕਰਾਂ। ਮੂੰਹ ਬਿਨ ਸਰਹਿ ਕਾਰ ਇਹ ਨਾਹੀ, ਹੁਣ ਮੇਰੇ ਤੋਂ ਬਗੈਰ ਇਹ ਕੰਮ ਜਿਹੜਾ ਨਹੀਂ ਸਰ ਹੋ ਸਕਦਾ। ਕਿਉਂਕਿ ਪਿਆਰਿਓ ਆਪਾਂ ਵੇਖਦੇ ਹਾਂ ਕੋਈ ਕੰਮ ਕਰਾਉਣਾ ਹੋਵੇ, ਛੋਟਾ ਮੋਟਾ ਜਾਂ ਕੋਈ ਕੰਮ ਹੋਵੇ, ਆਪਾਂ ਕੀ ਕਰਦੇ ਹਾਂ, ਨੌਕਰਾਂ ਨੂੰ ਕਹਿ ਦਿੰਦੇ ਜਾ ਭਈ ਆ ਕੰਮ ਕਰ, ਸੇਵਕਾਂ ਨੂੰ ਕਹਿ ਦਿੰਦੇ ਜਾ ਭਈ ਉਹ ਕੰਮ ਕਰਕੇ ਆਵੀਂ। ਲੇਕਿਨ ਕੰਮ ਬਹੁਤ ਵੱਡਾ ਹੋਵੇ,
ਦੂਜੇ ਤੀਜੇ ਨਹੀਂ ਕਰ ਸਕਦੇ ਤੇ ਸਿਆਣਾ ਕੀ ਕਰਦਾ, ਉਹਨਾਂ ਨੂੰ ਰੋਕ ਦਿੰਦਾ, ਨਹੀਂ ਭਾਈ ਤੁਸੀਂ ਜਾਓਗੇ ਤੁਹਾਤੋਂ ਕੰਮ ਨਹੀਂ ਹੋਣਾ, ਹੁਣ ਇਹ ਕੰਮ ਤਾਂ ਮੈਨੂੰ ਹੀ ਕਰਨਾ ਪਵੇਗਾ, ਮੈਨੂੰ ਹੀ ਆਉਣਾ ਪਵੇਗਾ। ਇਸ ਤਰ੍ਹਾਂ ਰੱਬ ਜੀ ਨੇ, ਵਾਹਿਗੁਰੂ ਜੀ ਨੇ ਵਿਚਾਰ ਕਰਨੀ ਕੀਤੀ ਕਿ ਜਦੋਂ ਤੱਕ ਹੁਣ ਮੈਂ ਸੰਸਾਰ ਦੇ ਵਿੱਚ ਪ੍ਰਵਿਰਤ ਨਹੀਂ ਹੁੰਦਾ, ਮੈਂ ਜਦੋਂ ਤੱਕ ਦੇਹ ਧਾਰਨ ਕਰਕੇ ਨਹੀਂ ਪ੍ਰਗਟ ਹੁੰਦਾ, ਇਹ ਕੰਮ ਜਿਹੜਾ ਹੈ ਕਿਸੇ ਤੋਂ ਵੀ ਨਹੀਂ ਹੋਣਾ। ਜਾਂ ਤੇ ਨਰ ਤਨ ਤਰ ਜਗ ਮਾਹੀ। ਇਸ ਕਰਕੇ ਵਾਹਿਗੁਰੂ ਪ੍ਰਮਾਤਮਾ ਜੀ ਨੇ ਮਨੁੱਖਾ ਜਾਮਾ ਜਿਹੜਾ ਹੈ ਉਹਨਾਂ ਨੇ ਧਾਰਨ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਣਾ ਕੀਤਾ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਭਾਵ ਕਿ ਉਹ ਜੋਤ ਪ੍ਰਮਾਤਮਾ ਦੀ ਹੈ, ਲੇਕਿਨ ਸੰਸਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਘਰ ਕਾਲੂ ਕੇ ਜਨਮੇ ਆਈ। ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਆ ਕਰਕੇ ਜਨਮ ਲੈਣਾ ਕੀਤਾ। ਜਨਨੀ ਤ੍ਰਿਪ ਵਿੱਚ ਉਹਨਾਂ ਦੀ ਬ੍ਰਿਤੀ ਜਿਹੜੀ ਹੈ ਅਰੂੜ ਰਹਿੰਦੀ ਹੈ, ਸਦਾ ਉਹ ਜੋਗ ਧਿਆਨ ਦੇ ਵਿੱਚ ਹੀ ਰਹਿੰਦੇ ਸਨ। ਇੱਕ ਰਸਮੈ ਆਸ਼ੈ ਜਿਸ ਗੂੜਾ। ਇੱਕ ਰਸ ਦੇ ਵਿੱਚ ਸਦਾ ਪ੍ਰਮਾਤਮਾ ਦੇ ਇੱਕ ਰਸ ਦੇ ਵਿੱਚ ਰਹਿਣਾ, ਜਿਨ੍ਹਾਂ ਦਾ ਆਸ਼ਾ ਬੜਾ ਗੂੜਾ ਹੈ। ਜਿਨ ਕੇ ਸ਼ਿਉ ਵਿਕਾਰ ਨ ਕੋਏ। ਜਿਨ੍ਹਾਂ ਨੂੰ ਪਿਆਰਿਓ ਰਤਾ ਮਾਤਰ ਵੀ ਵਿਕਾਰ ਨੇ ਆ ਕਰਕੇ ਸਪਰਸ਼ ਨਹੀਂ ਕਰਨਾ ਕੀਤਾ, ਵਿਕਾਰਾਂ ਤੋਂ ਜਿਹੜੇ ਨਿਰਲੇਪ ਸਨ। ਜਤੀ ਪੁਰਸ਼ ਭੀਸ਼ਮ ਸਮ ਸੋਏ। ਤੇ ਬੜੇ ਇਹ ਜਤੀ ਮੰਨੇ ਗਏ ਜਿਨ੍ਹਾਂ ਨੇ ਜਤ ਦਾ ਪਿਆਰਿਓ ਪਾਲਣ ਕਰਨਾ ਕੀਤਾ। ਤੇ 8 ਤਰ੍ਹਾਂ ਦਾ ਪਿਆਰਿਓ ਕਾਮ ਜਿਹੜਾ ਹੁੰਦਾ, ਜਿਹੜਾ ਉਹਨਾਂ ਤੋਂ ਬਚ ਕੇ ਰਹਿੰਦਾ, ਉਹ ਜਤੀ ਅਖਵਾਉਂਦਾ ਹੈ। ਭਾਵ ਕਿ ਉਹ 8 ਪ੍ਰਕਾਰ ਦਾ ਕਾਮ ਜਿਹੜਾ ਹੈ ਕਿ ਇਸਤਰੀਆਂ ਦੀਆਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਹਨ ਕਰੀ ਜਾਣਾ, ਇਹ ਵੀ ਪਿਆਰਿਓ ਇਹਦੇ ਨਾਲ ਕਾਮ ਦੀ ਭਾਵਨਾ ਹੁੰਦੀ ਹੈ। ਉਹਨਾਂ ਦੇ ਨਾਲ ਬਚਨ ਕਰਨਾ, ਉਹਨਾਂ ਦਾ ਬਚਨ ਸੁਣਨਾ, ਉਹਨਾਂ ਨੂੰ ਵੇਖੀ ਜਾਣਾ, ਮਨ ਦੇ ਵਿੱਚ ਉਹਨਾਂ ਦੇ ਖਿਆਲ ਕਰਨੇ ਹਨ, ਉਹਨਾਂ ਦੇ ਫੁਰਨੇ ਬਣਾਉਣੇ ਹਨ, ਤੇ ਨਾਲ ਉਹਨਾਂ ਦੇ ਨਾਲ ਸਪਰਸ਼ ਕਰਨਾ ਜਾਂ ਉਹਨਾਂ ਦੇ ਨਾਲ ਭੋਗ ਕਰਨਾ। ਇਸ ਤਰ੍ਹਾਂ ਇਹ 8 ਪ੍ਰਕਾਰ ਦਾ ਪਿਆਰਿਓ ਜਿਹੜੇ ਕਾਮ ਨੂੰ ਜਿੱਤ ਲੈਂਦੇ ਹਨ, ਅਸਪਰਸ਼ ਰਹਿੰਦੇ ਹਨ, ਉਹ ਅਸਲ ਦੇ ਵਿੱਚ ਜਤੀ ਅਖਵਾਉਂਦੇ। ਲਖਮੀ ਦਾਸ ਅਨੁਜ 29 ਭਇਓ। ਉਹਨਾਂ ਦੇ ਅਨੁਜ ਦਾ ਭਾਵ ਕਿ ਛੋਟੇ ਭਰਾ ਕੌਣ ਹਨ? ਬਾਬਾ ਲਖਮੀ ਦਾਸ ਜੀ। ਮਗ ਗ੍ਰਸਤ ਜਿਨ ਧਾਰਨ ਕਯੋ। ਜਿਨ੍ਹਾਂ ਨੇ ਪਿਆਰਿਓ ਗ੍ਰਸਤ ਜੀਵਨ ਨੂੰ ਅਪਣਾਉਣਾ ਕੀਤਾ। ਗਿਆਨ ਵਿਖੇ ਜੁਗ ਭਰਾਤ ਸਮਾ। ਇਹ ਗਿਆਨ ਦੇ ਵਿੱਚ ਪਿਆਰਿਓ ਦੋਵੇਂ ਭਰਾ ਜਿਹੜੇ ਹਨ ਸਮਾਨ ਸਨ। ਭਾਵ ਕਿ ਗਿਆਨ ਦੀ ਇਹਨਾਂ ਨੂੰ ਦੋਵਾਂ ਨੂੰ ਪਿਆਰਿਓ ਬਿਰਤੀ ਇਹਨਾਂ ਦੀ ਸਮਾਨ ਸੀ, ਕੋਈ ਘਾਟਵਾਦ ਨਹੀਂ ਸੀ। ਇਹ ਨਹੀਂ ਹੈ ਕਿ ਬਾਬਾ ਸ਼੍ਰੀ ਚੰਦ ਜੀ ਗਿਆਨ ਦੇ ਵਿੱਚ ਅੱਗੇ, ਇੱਥੇ ਰਾਮ ਕੁੰਵਰ ਜੀ ਦੱਸਦੇ ਹਨ ਗਿਆਨ ਦੇ ਵਿੱਚ ਦੋਵੇਂ ਸਮਾਨ ਸਨ। ਸ਼੍ਰੀ ਨਾਨਕ ਕੇ ਪੁੱਤਰ ਸੁਜਾਨ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਸੁਜਾਨ ਸਮਝਦਾਰ ਪੁੱਤਰ ਹਨ। ਧਰਮ ਚੰਦ ਪੋਤਰਾ ਪੁਨ ਭਇਓ। ਇਹਨਾਂ ਦੇ ਅੱਗੇ ਬਾਬਾ ਲਖਮੀ ਦਾਸ ਜੀ ਦੇ ਅੱਗੇ ਜਿਹੜਾ ਉਹਨਾਂ ਦਾ ਲੜਕਾ ਹੋਇਆ, ਉਹਨਾਂ ਦਾ ਨਾਮ ਭਾਵ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੋਤਰੇ ਦਾ ਨਾਮ ਧਰਮ ਚੰਦ ਹੈ। ਜਿਸ ਤੇ ਬੰਸ਼ ਬੇਦੀਅੰਥਯੋ। ਇਹਨਾਂ ਤੋਂ ਪਿਆਰਿਓ ਬੇਦੀਆਂ ਦੀ ਬੰਸ ਜਿਹੜੀ ਹੈ ਅੱਗੇ ਤੁਰਦੀ। ਇੱਕ ਦਿਨ ਕਰ ਅਖੇਰ ਕਹੋ ਆਏ। ਇੱਕ ਦਿਨ ਦੀ ਗੱਲ ਹੈ, ਬਾਬਾ ਲਖਮੀ ਦਾਸ ਜੀ ਅਖੇਰ ਬਿਰਤੀ ਸ਼ਿਕਾਰ ਖੇਡਣ ਦੇ ਵਾਸਤੇ। ਸ਼ਸ਼ ਹੱਥ ਆਸੂ ਦੋਹ ਦਿਸ਼ ਲਰਕਾਏ। ਇਹਨਾਂ ਨੇ ਕੀ ਕਰਨਾ ਕੀਤਾ? ਸ਼ਿਕਾਰ ਖੇਡਣ ਵਾਸਤੇ ਗਏ। ਸ਼ਿਕਾਰ ਖੇਡ ਕਰਕੇ ਤੇ ਫਿਰ ਕਈ ਜਿਹੜੇ ਸਹੇ ਜਿਹੜੇ ਹਨ ਖਰਗੋਸ਼ ਆਦਿਕ, ਹਿਰਨ ਆਦਿਕ ਦਾ ਸ਼ਿਕਾਰ ਕਰਨਾ ਕੀਤਾ ਤੇ ਗੱਡਿਆਂ ਦੇ ਉੱਤੇ ਦੋਵੇਂ ਪਾਸੇ ਇਹਨਾਂ ਨੂੰ ਲਮਕਾ ਕਰਕੇ ਲੈ ਕੇ ਆ ਰਹੇ ਸਨ। ਸ਼੍ਰੀ ਚੰਦ ਨੇ ਅਨੁਜ ਨਿਹਾਰਾ। ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਬੈਠੇ ਹੋਏ, ਉਹਨਾਂ ਨੇ ਆਪਣੇ ਛੋਟੇ ਭਰਾ ਨੂੰ ਇਸ ਬਿਰਤੀ ਦੇ ਵਿੱਚ ਵੇਖਣਾ ਕੀਤਾ। ਕਿਰਪਾ ਜੁਗਤ ਵੈ ਬਾਕ ਉਚਾਰਾ। ਤੇ ਕਿਰਪਾ ਦੇ ਜੁਗਤ ਹੋ ਕਰਕੇ ਉਹਨਾਂ ਨੇ ਆਪਣੇ ਅਨੁਜ ਦੇ ਤਾਈਂ ਬਚਨ ਕਰਨਾ ਕੀਤਾ। ਦਿਨ ਪ੍ਰਤ ਅਨਿਕ ਜੀਵ ਕੋ ਹੁਕਾਵੈ। ਬਾਬਾ ਸ਼੍ਰੀ ਚੰਦ ਜੀ ਨੇ ਸੰਬੋਧਨ ਕੀਤਾ ਕਿ ਭਾਈ ਤੂੰ ਰੋਜ਼ ਸ਼ਿਕਾਰ ਨੂੰ ਜਾਂਦਾ, ਕਈ ਜੀਆਂ ਦਾ ਜਿਹੜਾ ਤੁਸੀਂ ਸ਼ਿਕਾਰ ਕਰਦੇ ਹੋ, ਜੀਆਂ ਦਾ ਘਾਤ ਕਰਦੇ ਹੋ। ਇਹ ਲੇਖਾ ਦੇਨੂ ਬਨ ਆਵੇ। ਇਹਦਾ ਲੇਖਾ ਜਿਹੜਾ ਤੁਹਾਨੂੰ ਜ਼ਰੂਰ ਦੇਣਾ ਪਵੇਗਾ। ਭਾਵ ਕਿ ਲੇਖੇ ਤੋਂ ਬਚ ਨਹੀਂ ਸਕਦੇ।
ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਕੰਮ ਨਾ ਕਰਨਾ ਕਰੋ, ਕਿਉਂਕਿ ਦਰਗਾਹ ਦੇ ਵਿੱਚ ਲੇਖਾ ਦੇਣਾ ਪਵੇਗਾ। ਕਹਿਓ ਭਰਾਤ ਕੋ ਨਹੀਂ ਸਹਾਰਾ। ਜਦੋਂ ਇਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕੀਤਾ, ਉਹ ਬਚਨ ਜਿਹੜਾ ਇਹਨਾਂ ਨੇ ਨਹੀਂ ਸਹਾਰਨ ਕੀਤਾ ਹੈ, ਨਹੀਂ ਝੱਲਣਾ ਕੀਤਾ। ਗਇਓ ਸਦਨ ਮੈਂ ਕੀ ਨਸਤਿਆਰਾ। ਉਹਨਾਂ ਨੇ ਬਾਬਾ ਲਖਮੀ ਦਾਸ ਜੀ ਆਪਣੇ ਘਰ ਨੂੰ ਚੱਲ ਗਏ ਤੇ ਜਾ ਕਰਕੇ ਉਹਨਾਂ ਨੇ ਤਿਆਰੀ ਕਰਨੀ ਕੀਤੀ। ਆਪਨ ਭਾਰ ਜਾ ਲੈ ਸੁਤ ਸੰਗ। ਉਹਨਾਂ ਨੇ ਆਪਣੀ ਘਰਵਾਲੀ ਨੂੰ ਤੇ ਆਪਣੇ ਲੜਕੇ ਨੂੰ ਨਾਲ ਲੈ ਕਰਕੇ ਧਾਰ ਸ਼ੀਘਰਤਾ ਚੜਿਓ ਤੁਰੰਗ। ਤੇ ਸ਼ੀਘਰਤਾ ਧਾਰਨ ਕਰਕੇ ਕਾੜੀ ਦੇ ਨਾਲ ਉਹਨਾਂ ਨੇ ਘੋੜੇ ਦੇ ਉੱਤੇ ਆ ਕਰਕੇ ਆਪਣੇ ਵੱਡੇ ਭਰਾਤਾ ਸ਼੍ਰੀ ਬਾਬਾ ਸ਼੍ਰੀ ਚੰਦ ਜੀ ਦੇ ਤਾਈ ਉਹਨਾਂ ਨੇ ਬਚਨ ਕੀਤਾ ਹੈ। ਲੇਖਾ ਦੇਨ ਅਬਹਿ ਹਮ ਜਾਏ। ਕਹਿਣ ਲੱਗੇ ਭਰਾਤਾ ਸ਼੍ਰੀ ਆਪ ਜੀ ਨੇ ਕਿਹਾ ਨਾ ਲੇਖਾ ਦੇਣਾ ਪਵੇਗਾ। ਕੋਈ ਗੱਲ ਨਹੀਂ ਹੈ, ਬਾਅਦ ਵਿੱਚ ਕਿਉਂ ਲੇਖਾ ਦੇਣਾ, ਅਸੀਂ ਹੁਣੇ ਜਾ ਕਰਕੇ ਲੇਖਾ ਦੇ ਕੇ ਆਉਂਦੇ ਹਾਂ। ਸੁਨਤ ਸ੍ਰੀ ਚੰਦ ਹਿਰਦੈ ਵਿਚਾਰਾ। ਸੁਣ ਕਰਕੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰਨੀ ਕੀਤੀ। ਧਰਮ ਚੰਦ ਕੋ ਪਕੜ ਉਤਾਰਾ। ਉਹਨਾਂ ਨੇ ਕੀ ਕੀਤਾ, ਕਿਉਂਕਿ ਘੋੜੇ ਤੇ ਚੜੇ ਹੋਏ ਸਨ ਉਹ ਤੇ ਉਹਨਾਂ ਦੀ ਘਰਵਾਲੀ ਤੇ ਵਿਚਕਾਰ ਧਰਮ ਚੰਦ ਉਹਨਾਂ ਦਾ ਲੜਕਾ ਜਿਹੜਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋ ਪੋਤਰੇ ਵੱਜਦੇ, ਇਹ ਜਦੋਂ ਜਾ ਰਹੇ ਸਨ ਘੋੜੇ ਤੇ ਚੜ ਕੇ, ਤੇ ਬਾਬਾ ਸ਼੍ਰੀ ਚੰਦ ਜੀ ਨੇ ਹੱਥ ਫੈਲਾ ਕਰਕੇ ਤੇ ਉਹਨਾਂ ਨੂੰ ਉਤਾਰ ਲਿਆ ਧਰਮ ਚੰਦ ਜੀ ਨੂੰ। ਹਮ ਤੋਂ ਨਹਿ ਗ੍ਰਸਤ ਕੋ ਕਰਹੀ। ਤੇ ਬਚਨ ਕਰਨਾ ਕੀਤਾ ਕਿ ਭਾਈ ਅਸਾਂ ਨੇ ਤਾਂ ਗ੍ਰਸਤ ਜੀਵਨ ਨੂੰ ਨਹੀਂ ਅਪਣਾਉਣਾ ਕੀਤਾ, ਅਸੀਂ ਤਾਂ ਵਿਰਕਤ ਹਨ। ਰਹਿ ਬੰਸ ਇਸਤੇ ਜਗ ਥਿਰ। ਤੇ ਇਹਨੂੰ ਤੁਸੀਂ ਨਾ ਲੈ ਕੇ ਜਾਣਾ ਕਰੋ, ਧਰਮ ਚੰਦ ਨੂੰ ਇੱਥੇ ਛੱਡ ਦੋ। ਇਹਨਾਂ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅੰਸ ਬੰਸ ਜਿਹੜੀ ਹੈ, ਵੇਦੀਆਂ ਦੀ ਬੰਸ ਅੱਗੇ ਤੁਰੇਗੀ। ਸਹਿਤ ਭਾਰ ਜਾ ਗਇਓ ਨਾ ਆਇਓ। ਤੇ ਕਹਿੰਦੇ ਉਹ ਆਪਣੀ ਘਰਵਾਲੀ ਦੇ ਨਾਲ ਬਾਬਾ ਲਖਮੀ ਦਾਸ ਜੀ ਚੱਲ ਗਏ। ਤੇ ਕਿੱਥੇ ਗਏ, ਕੀ ਹੋਇਆ ਪਿਆਰਿਓ, ਇੱਕ ਵਾਰੀ ਚੱਲ ਗਏ, ਉਸ ਤੋਂ ਬਾਅਦ ਦੁਬਾਰਾ ਉਹ ਨਹੀਂ ਆਏ ਹਨ ਵਾਪਸ। ਦੁਬਾਰਾ ਉਹਨਾਂ ਦੇ ਕਿਨੇ ਵੀ ਦਰਸ਼ਨ ਨਹੀਂ ਕਰਨੇ ਕੀਤੇ। ਕਈ ਪਿਆਰਿਓ ਕਈ ਵਾਰੀ ਆਪਨੇ ਵੇਖਿਆ ਵੀ ਹੋਵੇਗਾ, ਤਸਵੀਰਾਂ ਜਿਹੜੀਆਂ ਹਨ ਪੁਰਾਣੀਆਂ, ਕੋਈ ਤਸਵੀਰਾਂ ਉਹਦੇ ਵਿੱਚ ਇੰਜ ਨਜ਼ਰ ਆਉਂਦਾ ਤੇ ਤਸਵੀਰ ਬਣਾਉਣ ਵਾਲੇ ਨੇ ਇੰਜ ਕਲਪਨਾ ਕਰਨੀ ਕੀਤੀ ਕਿ ਬਾਬਾ ਲਖਮੀ ਦਾਸ ਤੇ ਉਹਨਾਂ ਦੀ ਘਰਵਾਲੀ ਤੇ ਵਿਚਕਾਰ ਉਹਨਾਂ ਦਾ ਲੜਕਾ ਧਰਮਚੰਦ ਬੈਠੇ ਹੋਏ, ਉਹ ਆਕਾਸ਼ ਦੇ ਵੱਲ ਉਡਾਰੀ ਮਾਰ ਰਹੇ ਸਨ। ਤੇ ਬਾਬਾ ਸ਼੍ਰੀ ਚੰਦ ਜੀ ਨੇ ਹੱਥ ਲਮਕਾ ਕਰਕੇ ਅੱਗੇ ਵਧਾ ਕਰਕੇ ਬਾਬੇ ਧਰਮਚੰਦ ਨੂੰ ਉਹਨਾਂ ਨੇ ਫਿਰ ਹੇਠ ਉਤਾਰਨਾ ਕੀਤਾ, ਆਪਣੇ ਕੋਲ ਰੱਖ ਲਿਆ। ਇਹ ਪਿਆਰਿਓ ਕਲਪਨਾ ਹੈ, ਇਹ ਚੀਜ਼ ਨੂੰ ਦਿਖਾਉਣ ਵਾਸਤੇ ਕਿ ਬਾਬਾ ਲਖਮੀ ਦਾਸ ਉਹਨਾਂ ਦੀ ਘਰਵਾਲੀ ਉਹ ਲੇਖਾ ਦੇਣ ਵਾਸਤੇ ਚੱਲ ਗਏ ਤੇ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋ ਪੋਤਰੇ ਵੱਜਦੇ ਹਨ ਧਰਮਚੰਦ ਜੀ ਨੂੰ ਉਹਨਾਂ ਨੇ ਹੇਠ ਉਤਾਰ ਲਿਆ। ਕਿਹਾ ਕਿ ਭਾਈ ਇਹਨਾਂ ਨੂੰ ਰਹਿਣ ਦਿਓ, ਇਹਨਾਂ ਤੋਂ ਸਤਿਗੁਰੂ ਮਹਾਰਾਜ ਜੀ ਦੀ ਪੀੜੀ ਅੱਗੇ ਚਲੇਗੀ। ਅਬ ਲੋਕਤ ਨਰਗਨ ਬਿਸਮਾਇਓ। ਸਾਰੇ ਲੋਕ ਵੇਖ ਕਰਕੇ ਬੜੇ ਵਿਸਮਿਤ ਹੋ ਗਏ ਕਿ ਬਾਬਾ ਲਖਮੀ ਦਾਸ ਆਪਣੀ ਘਰਵਾਲੀ ਦੇ ਨਾਲ ਕਿੱਥੇ ਚੱਲ ਗਏ ਕਰਕੇ। ਧਰਮਚੰਦ ਤੇ ਚਾਲਿਓ ਬੰਸ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵੰਸ਼ ਜਿਹੜੀ ਹੈ ਬਾਬਾ ਧਰਮਚੰਦ ਜੀ ਤੋਂ ਫਿਰ ਉਹਨਾਂ ਦੀ ਧਰਮ ਉਹ ਜਿਹੜੀ ਵੰਸ਼ ਅੱਗੇ ਵੱਧਦੀ ਹੈ। ਸਭ ਬੇਦੀ ਉਜਲ ਜਿਮ ਹੰਸ। ਸਾਰੇ ਬੇਦੀ ਜਿਹੜੇ ਹਨ ਉਜਲ ਹੰਸ ਦੇ ਵਾਂਗੂ ਇਹਨਾਂ ਦਾ ਬੜਾ ਜਸ ਹੋ ਰਿਹਾ। ਸ੍ਰੀ ਕਰਤੇ ਸਦਾ ਪਿਆਰਿਓ ਜੋਗ ਰਾਸ ਦੇ ਵਿੱਚ ਨਿਮਗਨ ਰਹਿੰਦੇ ਸਨ, ਸਦਾ ਧਿਆਨ ਦੇ ਵਿੱਚ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਰਹਿੰਦੇ। ਜਗਤ ਬਾਸ਼ਨਾ ਨਹਿਮਨ ਵਰਤੇ। ਤੇ ਜਗਤ ਦੀ ਬਾਸ਼ਨਾ ਜਿਹੜੀ ਹੈ ਰਤਾ ਮਾਤਰ ਵੀ ਬਾਸ਼ਨਾ ਆਪਣੇ ਮਨ ਦੇ ਵਿੱਚ ਉਹਨਾਂ ਨੇ ਨਹੀਂ ਵਰਤਣਾ ਕੀਤਾ, ਵਿਰਕਤ ਬਣ ਕਰਕੇ ਆਪਣਾ ਜੀਵਨ ਬਤੀਤ ਕੀਤਾ। ਜਹਾਂਗੀਰ ਜਬ ਭਾ ਤੁਰਕੇ। ਉਹਨਾਂ ਦੀ ਇੱਕ ਕਥਾ ਜਿਹੜੀ ਹੈ ਕਵੀ ਰਾਜ ਜੀ ਇੱਥੇ ਉਚਾਰਨ ਕਰਦੇ, ਬਾਬਾ ਰਾਮ ਕੁਵੜ ਜੀ ਦੱਸ ਰਹੇ, ਜਦੋਂ ਪਿਆਰਿਓ ਤੁਰਕੇਸ਼ ਦਾ ਭਾਵ ਕਿ ਤੁਰਕਾਂ ਦਾ ਰਾਜਾ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਜਦੋਂ ਜਹਾਂਗੀਰ ਬਣਿਆ, ਸੁਣ ਕੇ ਇਨਕੋ ਸੁਜਸ ਵਿਸ਼ੇਸ਼। ਜਦੋਂ ਉਹਨੂੰ ਪਤਾ ਚੱਲਿਆ ਕਿ ਬਾਬਾ ਸ਼੍ਰੀ ਚੰਦ ਜੀ ਬਹੁਤ ਵੱਡੇ ਮਹਾਂਪੁਰਖ ਹਨ, ਕਾਮਲ ਫਕੀਰ ਹਨ,
ਇਹਨਾਂ ਦਾ ਬੜਾ ਉਹਨੇ ਜਸ ਸਰਵਣ ਕਰਨਾ ਕੀਤਾ। ਕਈ ਬਾਰ ਨਿਜ ਮਨੁਜ ਪਠਾਏ। ਇਹਨੇ ਕੀ ਕੀਤਾ? ਜਹਾਂਗੀਰ ਨੇ ਕਈ ਵਾਰੀ ਪਿਆਰਿਓ ਆਪਣੇ ਬੰਦਿਆਂ ਨੂੰ ਭੇਜਿਆ, ਜਾਓ ਬਿਨੈ ਠਾਨ ਕੈ ਨਿਕਟ ਬੁਲਾਏ। ਬਾਬਾ ਜੀ ਨੂੰ, ਬਾਬਾ ਸ਼੍ਰੀ ਚੰਦ ਜੀ ਨੂੰ ਬੇਨਤੀ ਕਰਕੇ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਉਣਾ ਕਰੋ। ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਕਰਾਮਾਤ ਕੋ ਚਾਹਤ ਦੇਖਾ। ਉਹ ਵੇਖਣਾ ਚਾਹੁੰਦਾ ਸੀ, ਕਿਉਂਕਿ ਸੁਣਿਆ ਬਹੁਤ ਜ਼ਿਆਦਾ ਕਿ ਬਾਬਾ ਸ਼੍ਰੀ ਚੰਦ ਜੀ ਦੇ ਅੰਦਰ ਬਹੁਤ ਜ਼ਿਆਦੀ ਕਰਾਮਾਤ ਹੈ, ਤੇ ਉਹ ਆਪਣੇ ਅੱਖਾਂ ਕਰਾਮਾਤ ਹੈ ਕਰਕੇ ਕੌਤਕ ਜਿਸਕੇ ਹਿਰਦੈ ਵਿਸ਼ੇਖਾ। ਜਿਹਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਕੌਤਕ ਭਾਵ ਕੇ ਕੁਲਾਹਲ ਮਚ ਰਿਹਾ ਸੀ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਮੈਂ ਬੁਲਾਵਾਂ, ਉਹਨਾਂ ਨੂੰ ਮੈਂ ਕਵਾਂ ਕਿ ਭਾਈ ਤੁਸੀਂ ਮੈਨੂੰ ਕੋਈ ਕਰਾਮਾਤ ਦਿਖਾਓ, ਕਿਉਂਕਿ ਇਹ ਤੁਰਕ ਬਾਦਸ਼ਾਹ ਜਿਹੜੇ ਹੋਏ ਜਿੰਨੇ ਵੀ ਪਿਆਰਿਓ ਮੁਗਲਾਂ ਦੇ ਵਿੱਚੋਂ, ਇਹ ਕਰਾਮਾਤ ਵੇਖਣ ਦੇ ਬੜੇ ਆਦੀ ਸਨ। ਕੋਈ ਵੀ ਸਾਧੂ ਸੰਤ ਜਿਹੜਾ ਉਹਨੂੰ ਫਿਰ ਫੜ ਕਰਕੇ ਕਹਿਣਾ ਕਿ ਭਾਈ ਕਰਾਮਾਤ ਦਿਖਾ, ਜੇ ਤੂੰ ਸੱਚਾ ਸਾਧੂ ਹੈ। ਤੇ ਜਿਹਨੂੰ ਕਰਾਮਾਤ ਆਉਂਦੀ ਤੇ ਉਹ ਮੰਨ ਲੈਂਦੇ ਸੀ ਕਿ ਭਾਈ ਹਾਂਜੀ ਆਪ ਪੂਰਨ ਸਾਧੂ ਹਨ। ਜਿਨ੍ਹਾਂ ਦੇ ਕੋਲ ਨਹੀਂ ਹੁੰਦੀ ਸੀ ਤੇ ਕਹਿ ਦਿੰਦੇ ਕਿ ਭਾਈ ਇਹ ਅਧੂਰਾ ਹੈ ਕਰਕੇ। ਔਰੰਗਜ਼ੇਬ ਨੇ ਪਿਆਰਿਓ ਇਸ ਤਰ੍ਹਾਂ ਬਹੁਤ ਜ਼ਿਆਦਾ ਸਾਧੂਆਂ ਦਾ, ਬਹੁਤ ਜ਼ਿਆਦਾ ਫਕੀਰਾਂ ਦਾ ਉਹਨੇ ਕਤਲ ਕਰ ਦਿੱਤਾ। ਇਹੀ ਬਹਾਨਾ ਲਾਇਆ ਕਿ ਭਾਈ ਜਾਂ ਤਾਂ ਤੁਸੀਂ ਮੈਨੂੰ ਕੋਈ ਕਰਾਮਾਤ ਦਿਖਾਓ, ਤੇ ਜੇ ਕਰਾਮਾਤ ਨਹੀਂ ਦਿਖਾਓਗੇ ਤੇ ਮੈਂ ਤੁਹਾਨੂੰ ਮਾਰ ਦੇਣਾ। ਤੇ ਜਿਨ੍ਹਾਂ ਦੇ ਕੋਲ ਕਰਾਮਾਤ ਨਹੀਂ ਸੀ, ਲੇਕਿਨ ਇਹ ਪਿਆਰਿਓ ਕੋਈ ਪੈਮਾਨਾ ਨਹੀਂ ਹੈ, ਇਹ ਸਾਧੂਆਂ ਦੀ ਕੋਈ ਨਿਸ਼ਾਨੀ ਨਹੀਂ ਹੈ ਕਿ ਤੁਸੀਂ ਸਾਧੂ ਹੋ ਤੇ ਤੁਹਾਨੂੰ ਕੋਈ ਕਰਾਮਾਤ ਆ ਜਾਵੇ। ਕਰਾਮਾਤ ਤਾਂ ਪਿਆਰਿਓ ਕਈ ਜਿਹੜੇ ਹਨ ਮਦਾਰੀਗਿਰੀ ਕਰਨ ਵਾਲੇ, ਹੱਥ ਦੀ ਸਫਾਈ ਕਰਨ ਵਾਲੇ, ਉਹ ਵੀ ਤਾਂ ਕਰਾਮਾਤਾਂ ਕਰਕੇ ਦਿਖਾਉਂਦੇ, ਲੇਕਿਨ ਕੀ ਉਹ ਸਾਧੂ ਬਣ ਜਾਂਦੇ ਹਨ? ਕੀ ਉਹ ਸੰਤ ਬਣ ਜਾਂਦੇ ਹਨ? ਨਹੀਂ ਪਿਆਰਿਓ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਪ੍ਰਿਆ ਸੇਵਕ ਰਹਿ ਨਾਲੇ। ਤੇ ਬਾਬਾ ਸ਼੍ਰੀ ਚੰਦ ਜੀ ਦੇ ਸਦਾ ਨਾਲ ਜਿਹੜਾ ਇੱਕ ਸੇਵਾਦਾਰ ਰਹਿੰਦਾ ਸੀ, ਉਹਦਾ ਨਾਮ ਸੀ ਗੋਦੜੀਆ ਕਰਕੇ। ਇਹ ਕੰਧ ਚੜ੍ਹੈ ਜਬ ਚਾਲੇ। ਤੇ ਫਿਰ ਕਈ ਵਾਰੀ ਕੀ ਕਰਦੇ ਬਾਬਾ ਸ਼੍ਰੀ ਚੰਦ ਜੀ, ਤੇ ਜਿੱਥੇ ਜਾਣਾ ਹੋਵੇ ਕਦੇ, ਕਿਉਂਕਿ ਆਰਬਲਾ ਬਹੁਤ ਵੱਡੀ ਹੋ ਗਈ ਸੀ, ਤੇ ਜਦੋਂ ਕਈ ਵਾਰੀ ਕਿੱਥੇ ਜਾਣਾ ਹੋਵੇ, ਭਾਈ ਗੋਦੜੀਆ ਜਿਹੜਾ ਹੈ ਉਹਦੇ ਮੋਢਿਆਂ ਦੇ ਉੱਤੇ ਚੜ ਕੇ ਜਾਇਆ ਕਰਦੇ। ਨਾਹੀਂ ਤਾਂ ਟਿਕੇ ਰਹਿ ਨਿਜ ਥਾਨ। ਨਹੀਂ ਤਾਂ ਆਪਣੇ ਨਿਜ ਅਸਥਾਨ ਦੇ ਉੱਤੇ ਹੀ ਉਹ ਸਦਾ ਟਿਕੇ ਹੋਏ ਰਹਿੰਦੇ ਸਨ। ਆਏ ਰੱਖੈ ਧਿਆਨ। ਸਦਾ ਉਹ ਧਿਆਨ ਲਾ ਕਰਕੇ ਰਹਿੰਦੇ ਸਨ, ਅੱਠੇ ਪੈਰ ਸਮਾਧੀ ਦੇ ਵਿੱਚ ਜੁੜੇ ਹੋਏ ਰਹਿੰਦੇ। ਤਿਸ ਪਰ ਚੜ੍ਹ ਲਉ ਪੂਰੀ ਸਿਧਾਰੇ। ਇੱਕ ਦਿਨ ਦੀ ਗੱਲ ਹੈ, ਬਾਬਾ ਸ਼੍ਰੀ ਚੰਦ ਜੀ ਜਿਹੜੇ ਹਨ ਤੇ ਭਾਈ ਗੋਦੜੀਆ ਦੇ ਉੱਤੇ ਚੜ ਕਰਕੇ ਉਹ ਲਵਪੁਰੀ ਭਾਵ ਕੇ ਜਿਸ ਨਗਰ ਨੂੰ ਲਹੂ ਨੇ ਵਸਾਉਣਾ ਕੀਤਾ, ਲਾਹੌਰ ਸ਼ਹਿਰ ਦੇ ਵਿੱਚ ਆਏ। ਸਨੈ ਸਨੈ ਤਹਿ ਪਹੁੰਚ ਸੁਖਾਰੇ। ਉੱਥੇ ਬਹੁਤ ਸਨੇ ਭਾਈ ਗੋਦੜੀਆ ਜਿਹੜਾ ਹੈ ਉਹ ਹੌਲੀ ਹੌਲੀ ਲੈ ਕਰਕੇ ਬਾਬਾ ਜੀ ਨੂੰ ਲਹੂਪੁਰੀ ਦੇ ਵਿੱਚ ਲੈ ਕੇ ਆਇਆ। ਇੱਕ ਦਿਨ ਡੇਰਾ ਤਹਾਂ ਟਿਕਾਏ। ਬਾਬਾ ਸ਼੍ਰੀ ਚੰਦ ਜੀ ਨੇ ਇੱਕ ਦਿਨ ਡੇਰਾ ਜਿਹੜਾ ਲਾਹੌਰ ਦੇ ਵਿੱਚ ਕਰਨਾ ਕੀਤਾ। ਪੁਨ ਤੁਰਕੇਸ਼ਰ ਨਿਕਟ ਬੁਲਾਏ। ਫਿਰ ਕੀ ਹੋਇਆ ਉਸ ਵੇਲੇ ਪਿਆਰਿਓ, ਜਹਾਂਗੀਰ ਵੀ ਜਿਹੜਾ ਸੀ ਲਾਹੌਰ ਦੇ ਵਿੱਚ ਸੀ, ਉਹਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਬਾਬਾ ਸ਼੍ਰੀ ਚੰਦ ਜੀ ਆਏ ਹਨ, ਉਹਨੇ ਫਿਰ ਕਿਹਾ ਕਿ ਚਲੋ ਇਸ ਤੋਂ ਵਧੀਆ ਕੀ ਸਮਾਂ ਹੋ ਸਕਦਾ ਹੈ। ਤੁਰੰਤ ਆਪਣੇ ਬੰਦਿਆਂ ਨੂੰ ਭੇਜਿਆ ਕਿ ਜਾਓ ਭਾਈ ਬਾਬੇ ਸ਼੍ਰੀ ਚੰਦ ਨੂੰ ਲੈ ਕੇ ਆਓ। ਜਨ ਗੋਦੜੀਏ ਪਰ ਆਰੂੜ। ਤੇ ਫਿਰ ਆਪਣੇ ਸੇਵਾਦਾਰ ਭਾਈ ਗੋਦੜੀਆ ਦੇ ਉੱਤੇ, ਕਿਉਂਕਿ ਇਹਨੇ ਜਹਾਂਗੀਰ ਨੇ ਪਾਲਕੀਆਂ ਖਾਸੇ ਵੀ ਭੇਜਨੇ ਕੀਤੇ, ਲੇਕਿਨ ਬਾਬਾ ਜੀ ਉਹਦੇ ਉੱਤੇ ਸਵਾਰ ਨਹੀਂ ਹੋਏ। ਕਿਹਾ ਮੈਂ ਤਾਂ ਭਾਈ ਗੋਦੜੀਆ ਦੇ ਉੱਤੇ ਹੀ ਚੜ ਕੇ ਆਉਣਾ ਹੈ। ਆਸ਼ਾ ਜਿਨ ਗੂੜ। ਤੇ ਉਹਨਾਂ ਦਾ ਆਸ਼ਾ ਬਹੁਤ ਜ਼ਿਆਦਾ ਗੂੜ ਹੈ। ਤੇ ਆ ਕਰਕੇ ਉੱਥੇ ਲਾਹੌਰ ਦੇ ਵਿੱਚ ਜਹਾਂਗੀਰ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਪਹੁੰਚ ਗਏ। ਪਹੁੰਚ ਧੀਰ ਜਬ ਸਨਮੁਖ ਦੀਖਾ। ਜਦੋਂ ਪਹੁੰਚ ਕਰਕੇ ਉੱਥੇ ਬੈਠ ਗਏ ਤੇ ਜਹਾਂਗੀਰ ਲਾਗੇ ਹੋ ਕਰਕੇ ਜਦੋਂ ਉਹਨੇ ਬਾਬਾ ਸ਼੍ਰੀ ਚੰਦ ਜੀ ਦੇ ਐਨ ਸਨਮੁਖ ਹੋ ਕਰਕੇ ਦਰਸ਼ਨ ਕਰਨਾ ਕੀਤਾ, ਵੇਖਣਾ ਕੀਤਾ, ਤਹਿ ਉਤਰੇ ਤਨ ਸ਼ੰਭ ਸਰੀਖਾ। ਉਸ ਵੇਲੇ ਲਾਗੇ ਹੋ ਕਰਕੇ ਬਾਬਾ ਸ਼੍ਰੀ ਚੰਦ ਜੀ ਹੇਠ ਉਤਰ ਕੇ ਆਏ। ਤੇ ਜਿਨ੍ਹਾਂ ਨੂੰ ਪਿਆਰਿਓ
ਤੇ ਕਈ ਜਿਹੜੇ ਹਨ ਸ਼ਿਵ ਜੀ ਦਾ ਅਵਤਾਰ ਮੰਨਦੇ ਸਨ। ਇਹੋ ਜਿਹੇ ਉਹ ਵਿਰਕਤ ਅਵਸਥਾ ਦੇ ਵਿੱਚ ਉਹ ਜਿਹੀ ਲਿਬਾਸ ਇਹਨਾਂ ਨੇ ਧਾਰਨ ਕਰਨਾ ਹੈ। ਤੇ ਕੋਈ ਖਲ ਜਿਹੜੀ ਹੈ ਸ਼ੇਰ ਦੀ ਖਲ ਹੇਠ ਲੰਗੋਟਾ ਜਿਹੜਾ ਹੈ ਕੁਪੀਨਾ ਬੰਨਿਆ ਹੋਇਆ, ਤੇ ਖਲ ਜਿਹੜੀ ਹੈ ਮੋਢੇ ਦੇ ਉੱਤੇ, ਜਾਂ ਕੋਈ ਸਰੂਪ ਜਿਹੜਾ ਨਜ਼ਰ ਆਉਂਦਾ। ਤੇ ਕਈਆਂ ਨੇ ਪਿਆਰਿਓ ਫਿਰ ਇਹ ਵੀ ਕਿਹਾ ਕਿ ਬਾਬਾ ਸ਼੍ਰੀ ਚੰਦ ਜੀ ਸ਼ਿਵ ਜੀ ਦੇ ਅਵਤਾਰ ਕਰਕੇ ਇਹਨਾਂ ਨੂੰ ਮੰਨਿਆ ਜਾਂਦਾ ਹੈ। ਤਨ ਪਰ ਕੀ ਖਿੰਤਾ ਸੋ ਉਤਾਰੀ, ਤੇ ਆਪਣੇ ਤਨ ਦੇ ਉੱਤੇ ਇੱਕ ਗੋਦੜਾ ਜਿਹੜਾ ਸੀ ਉਹ ਖਿੰਥਾ ਰੱਖਿਆ ਕਰਦੇ ਸਨ। ਤੇ ਬਾਬਾ ਸ਼੍ਰੀ ਚੰਦ ਜੀ ਜਦੋਂ ਉੱਥੇ ਪਹੁੰਚੇ, ਉਹਨਾਂ ਨੇ ਆਪਣਾ ਗੋਦੜਾ ਜਿਹੜਾ ਹੈ ਉਹ ਉਤਾਰ ਕਰਕੇ ਹੇਠ ਰੱਖਣਾ ਕੀਤਾ। ਧਰੀ ਤਹਾਂ ਜਹ ਪਰਹਿ ਨਿਹਾਰੀ, ਤੇ ਲਾ ਕਰਕੇ ਉਹਨੂੰ ਐਨ ਆਪਣੇ ਨਾਲ ਸਾਹਮਣੇ ਹੀ ਰੱਖ ਦਿੱਤਾ ਹੈ, ਤੇ ਕੋਈ ਵੀ ਆਵੇ ਤੇ ਉਹਨੂੰ ਸਿੱਧਾ ਝੱਟ ਦੇਣੀ ਉਹ ਨਜ਼ਰ ਆ ਜਾਵੇ। ਬਿਰਧ ਅਵਸਥਾ ਤਬ ਚਲ ਗਏ, ਤੇ ਬਿਰਧ ਅਵਸਥਾ ਸੀ ਬਾਬਾ ਸ਼੍ਰੀ ਚੰਦ ਜੀ ਦੀ। ਸਾਦਰ ਬੋਲ ਬਿਠਾਵਤ ਪਏ, ਤੇ ਫਿਰ ਅੱਗੇ ਜਹਾਂਗੀਰ ਆਇਆ। ਜਹਾਂਗੀਰ ਨੇ ਵੀ ਆ ਕਰਕੇ ਵੇਖਿਆ ਬਾਬਾ ਸ਼੍ਰੀ ਚੰਦ ਜੀ ਦੇ, ਉਹਨੇ ਦਰਸ਼ਨ ਕਰਨੇ ਕੀਤੇ। ਸਤਕਾਰ ਦੇ ਨਾਲ ਉਹਨਾਂ ਨੂੰ ਉੱਚ ਅਸਥਾਨ ਦੇ ਉੱਤੇ ਬਿਠਾਉਣਾ ਕੀਤਾ। ਕਰਿਓ ਪਰਸਪਰ ਬਾਕ ਬਿਲਾਸ, ਤੇ ਆਪਸ ਦੇ ਵਿੱਚ ਪਿਆਰਿਓ ਪਰਸਪਰ ਬਾਕ ਕਰਨਾ ਕੀਤਾ, ਬਚਨ ਕਰਨਾ ਕੀਤਾ। ਉੱਤਰ ਉਚਿਤ ਦੀਏ ਤਿਹ ਪਾਸ, ਤੇ ਜਹਾਂਗੀਰ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਪੁੱਛਣੇ ਕੀਤੇ ਕਿ ਬਾਬਾ ਜੀ ਇਹ ਕਿਉਂ ਹੁੰਦਾ, ਉਹ ਕਿਉਂ ਹੁੰਦਾ, ਧਰਮ ਦੇ ਬਾਬਤ ਪੁੱਛਣਾ ਕੀਤਾ। ਤੇ ਬਾਬਾ ਸ਼੍ਰੀ ਚੰਦ ਜੀ ਨੇ ਉਹਨੂੰ ਫਿਰ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ। ਪੁਨ ਤੁਰਕੇਸ਼ ਬਿਲੋਕਨ ਕਰੀ, ਤੇ ਉਸ ਵੇਲੇ ਇਹ ਬਚਨ ਬਿਲਾਸ ਕਰਦਿਆਂ ਤੁਰਕੇਸ਼ਰ ਜਿਹੜਾ ਹੈ, ਭਾਵ ਕਿ ਜਹਾਂਗੀਰ ਆ, ਉਹਦੀ ਨਿਗਾਹ ਜਿਹੜੀ ਹੈ ਬਾਬਾ ਜੀ ਦੇ ਗੋਦੜੀ ਦੇ ਉੱਤੇ ਪੈ ਗਈ। ਖਿੰਤਾ ਬਹੁ ਕੰਪਤ ਜਹ ਧਰੀ, ਉਹ ਕੀ ਤੱਕ ਰਿਹਾ ਸੀ, ਕੀ ਵੇਖ ਰਿਹਾ? ਉਹ ਖੰਥਾ ਜਿਹੜੀ ਹੈ ਗੋਦੜਾ ਜਿਹੜਾ ਬੜਾ ਕੰਬ ਰਿਹਾ ਸੀ, ਹਲ ਰਿਹਾ ਸੀ, ਭਾਵ ਕਿ ਉਹਦੇ ਵਿੱਚ ਇੰਜ ਲੱਗ ਰਿਹਾ ਕੋਈ ਜਿਸ ਤਰ੍ਹਾਂ ਪਿਆਰਿਓ ਆਪਾਂ ਕੋਈ ਥੈਲੀ ਦੇ ਵਿੱਚ ਜਾਂ ਥੈਲੇ ਦੇ ਵਿੱਚ ਕੋਈ ਚੂਹਾ ਆਦਿਕ ਜਾਂ ਕੋਈ ਜਾਨਵਰ ਨੂੰ ਆਪਾਂ ਪਾ ਕਰਕੇ ਬੰਦ ਕਰ ਦਿੰਦੇ ਆ, ਸੱਪ ਆਦਿਕ ਪਾ ਦਿਓ, ਉਹ ਬੜਾ ਹਿੱਲਦਾ ਹੈ। ਤੇ ਵੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਲੱਗਦਾ ਪਈ ਇਹ ਕੱਪੜੇ ਦੇ ਵਿੱਚ ਕੁਝ ਬੰਨਿਆ ਹੋਇਆ। ਉਹਨੇ ਜਹਾਂਗੀਰ ਨੇ ਤੱਕਿਆ, ਕੋ ਗੋਦੜਾ ਵੇਖਿਆ, ਉਹਨੂੰ ਇੰਜ ਲੱਗਿਆ ਇਹ ਕੱਪੜਾ ਬੜਾ ਹਿੱਲ ਰਿਹਾ, ਲੱਗਦਾ ਇਹਦੇ ਵਿੱਚ ਕੁਝ ਇਹਨਾਂ ਨੇ ਰੱਖਿਆ ਹੋਵੇਗਾ, ਕੋਈ ਪਸ਼ੂ ਜਾਂ ਕੋਈ ਜਾਨਵਰ ਰੱਖਿਆ ਕਰਕੇ। ਇਤ ਉਤ ਚਲ ਹੈ ਉਠ ਹੈ ਗਿਰ ਧਰਨੀ, ਕੀ ਨਜ਼ਰ ਆਉਂਦਾ ਉਹ ਖਿੰਥਾ ਜਿਹੜਾ, ਕਿਉਂਕਿ ਖਿੰਥਾ ਗੋਦੜਾ ਪਿਆਰਿਓ ਉਹਨੇ ਥੋੜੀ ਉੱਠਣਾ, ਉਹਨੇ ਥੋੜੀ ਚੱਲਣਾ, ਉਹਨੇ ਥੋੜੀ ਗਿਰਨਾ। ਉਹਦੇ ਵਿੱਚ ਇੰਜ ਭਾਸ ਰਿਹਾ ਕਿ ਉਹ ਗੋਦੜਾ ਜਿਹੜਾ ਕਈ ਵਾਰੀ ਉੱਠ ਜਾਂਦਾ, ਉੱਠ ਕਰਕੇ 4 ਕਦਮ ਤੁਰਦਾ, ਫਿਰ ਗਿਰ ਜਾਂਦਾ, ਫਿਰ ਲੰਬਾ ਲੇਟ ਜਾਂਦਾ, ਫਿਰ ਉਹ ਖੜ ਜਾਂਦਾ। ਬੜੀ ਉਹਦੇ ਵਿੱਚ ਹਲਚਲ ਜੀ ਹੋ ਰਹੀ ਹੈ। ਕਬ ਇਕੱਠੀ ਕਬ ਹੋਏ ਪਸਰਨੀ, ਕਦੇ ਉਹ ਖਿੰਥਾ ਜਿਹੜੀ ਹੈ ਐਨ ਇਕੱਤਰ ਹੋ ਜਾਂਦੀ ਹੈ, ਤੈਅ ਲੱਗ ਜਾਂਦਾ, ਕਦੇ ਇੱਕਦਮ ਫੈਲ ਕਰਕੇ ਲੰਬੀ ਚੌੜੀ ਹੋ ਜਾਂਦੀ। ਕਬ ਉੱਚੇ ਹੋਏ ਲੈ ਅੰਗਰਾਈ, ਕਦੇ ਉਹ ਉੱਚੀ ਹੋ ਕਰਕੇ ਉਹ ਗੋਦੜਾ ਜਿਹੜਾ ਲੰਬਾ ਖੜ ਜਾਂਦਾ, ਖੜ ਕਰਕੇ ਜਿਸ ਤਰ੍ਹਾਂ ਆਪਾਂ ਅੰਗ ਮਰੋੜੀ ਲੈਂਦੇ ਆ ਜਦੋਂ ਥਕੇਵਾ ਲਾਉਣ ਵਾਸਤੇ ਆਪਾਂ ਕੜਾਕੇ ਕੱਢਦੇ ਆ, ਇਸ ਤਰ੍ਹਾਂ ਉਹ ਕਦੇ ਅੰਗ ਮਰੋੜੀ ਲੈਂਦੀ। ਕਬਹ ਜੰਭਾਈ ਕੀ ਸਮਤਾਈ, ਕਦੇ ਇੰਜ ਲੱਗਦਾ ਕਿ ਭਾਈ ਉਹ ਖਿੰਥਾ ਜਿਹੜੀ ਹੈ ਉਹ ਜੰਭਾਈ ਲੈ ਰਹੀ ਹੈ, ਉਬਾਸੀਆਂ ਲੈ ਰਹੀ ਕਰਕੇ। ਕੰਪਤ ਖਿੰਤਾ ਪਿਖ ਬਿਸਮਾਇਓ, ਤੇ ਧਿਆਨ ਰਾਜੇ ਦਾ ਜਿਹੜਾ ਹੈ, ਗੱਲਬਾਤ ਤਾਂ ਉਹ ਬਾਬਿਆਂ ਦੇ ਨਾਲ ਕਰ ਰਿਹਾ ਸੀ, ਲੇਕਿਨ ਪੂਰਾ ਧਿਆਨ ਉਹਦਾ ਖਿੰਥਿਆ ਦੇ ਵੱਲ ਸੀ, ਉਹ ਗੋਦੜੇ ਦੇ ਵੱਲ ਸੀ ਕਿ ਇਹਦੇ ਅੰਦਰ ਬਾਬਿਆਂ ਨੇ ਕੀ ਰੱਖਿਆ ਕਰਕੇ। ਲੱਗਦਾ ਕੋਈ ਸੱਪ ਤਾਂ ਨਹੀਂ ਰੱਖਿਆ, ਪਤਾ ਨਹੀਂ ਬਾਬਿਆਂ ਦਾ ਐਵੇਂ ਕੱਢ ਕਰਕੇ ਮੇਰੇ ਉੱਤੇ ਚਲਾ ਦੇ, ਸੱਪ ਨੇ ਮੈਨੂੰ ਡੰਗ ਮਾਰ ਦੇਣਾ, ਜਾਂ ਕੋਈ ਬਿੱਲਾ ਚੂਹਾ ਆਦਿਕ ਤਾਂ ਨਹੀਂ ਰੱਖਿਆ। ਰਾਜੇ ਦੇ ਮਨ ਦੇ ਵਿੱਚ ਬੜੀ ਜਿਗਿਆਸਾ ਉੱਠ ਰਹੀ ਸੀ। ਹਿਤ ਬੂਝਨ ਤੁਰਕੇਸ਼ ਲਾਇਓ, ਉਹ ਤੋਂ ਫਿਰ ਰਿਹਾ ਨਹੀਂ ਗਿਆ ਤੇ ਜਹਾਂਗੀਰ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਪੁੱਛਣਾ ਕੀਤਾ। ਤਰੈ ਗੋਦਰੀ ਕਿਆ ਤਜ ਆਏ, ਕਹਿੰਦਾ ਬਾਬਾ ਜੀ ਆ ਗੋਦੜੀ ਦੇ ਹੇਠ ਤੁਸੀਂ ਕੀ ਰੱਖ ਕੇ ਆਏ ਹੋ? ਇਹ ਤੋਤ ਹੋਤ ਬਿਕੁਲ ਅਕੁਲਾਏ, ਇਹ ਬਹੁਤ ਇਹ ਰੌੜਾ ਪਾਉਂਦੀ ਹੈ, ਕਦੇ ਇਸ ਪਾਸੇ ਕਦੇ ਉਸ ਪਾਸੇ, ਬੜੀ ਇਹ ਵਿਆਕੁਲ ਹੋ ਰਹੀ ਹੈ। ਸੁਨਤ ਕਹਿਓ ਸ਼੍ਰੀ ਨਾਨਕ ਨੰਦ, ਸੁਣ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨੰਦਨ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ,
ਦਰਵੇਸ਼ਨ ਕੇ ਮਹਾਂਪੁਰਖ ਹੁੰਦੇ ਹਨ, ਉਹਨਾਂ ਦੀ ਰਮਜ ਵੱਖਰੀ ਹੁੰਦੀ ਹੈ, ਉਹਨਾਂ ਦੇ ਖਿਆਲ ਵੱਖਰੇ, ਉਹਨਾਂ ਦਾ ਤੌਰ ਤਰੀਕਾ ਵੱਖਰਾ ਹੁੰਦਾ। ਇਨਕੋ ਅੰਤ ਲੈਣ ਭਲ ਨਾਹੀ, ਇਹਨਾਂ ਦਾ ਅੰਤ ਲੈਣਾ ਭਾਈ ਇਹ ਚੰਗੀ ਗੱਲ ਨਹੀਂ ਹੈ। ਭਾਵ ਕਿ ਉਹ ਆਪਣੀ ਮੌਜਾਂ ਦੇ ਵਿੱਚ, ਆਪਣੀ ਰਮਜ ਦੇ ਵਿੱਚ ਵਿਚਰਦੇ ਹਨ। ਕਦੇ ਉਹਨਾਂ ਦੇ ਉੱਤੇ ਕਟਾਖ ਨਹੀਂ ਕਰਨਾ ਚਾਹੀਦਾ, ਕਦੇ ਇਹ ਪਤਾ ਨਹੀਂ ਲਾਉਣਾ ਚਾਹੀਦਾ ਇਹ ਕੀ ਕਰਦੇ ਕਰਕੇ। ਨੀ ਕੀ ਜਿਤਕ ਸੇਵ ਬਨ ਜਾਹੇ, ਬਸ ਇਹੀ ਹੋਣਾ ਚਾਹੀਦਾ ਕਿ ਜਿੰਨੀ ਆਪਾਂ ਸੇਵਾ ਕਰ ਸਕਦੇ ਹਾਂ ਉਨੀ ਸੇਵਾ ਕਰਨੀ ਚਾਹੀਦੀ ਹੈ, ਉਹਦੇ ਵਿੱਚ ਹੀ ਭਲਾ ਮਨਾਉਣਾ ਚਾਹੀਦਾ। ਕੋਈ ਕਿਮ ਵਰਤੈ ਕਿਮ ਹੋਏ, ਤੇ ਕੋਈ ਕਿਮ ਵਰਤੈ ਕਿਮ ਹੋਏ, ਕੋਈ ਕਿਸ ਤਰ੍ਹਾਂ ਵਰਤਦਾ, ਕਿਹਦਾ ਕਿੰਜ ਕਿਸ ਤਰ੍ਹਾਂ ਕੁਛ ਨਾ ਕੁਛ ਹੋ ਜਾਂਦਾ। ਕਹਿਣ ਦਾ ਭਾਵ ਬਾਬਾ ਸ਼੍ਰੀ ਚੰਦ ਜੀ ਸਮਝਾ ਰਿਹਾ ਕਿ ਭਾਈ ਕਿ ਬਸ ਤੂੰ ਨੇ ਵੇਖ ਲਿਆ ਨਾ, ਬਸ ਇੰਨੀ ਗੱਲ ਤੇਰੇ ਵਾਸਤੇ ਕਾਫੀ ਹੈ। ਇਹ ਨਾ ਕਹਿ ਕਿ ਭਾਈ ਇਹਦੇ ਵਿੱਚ ਕੀ ਰੱਖਿਆ, ਮੈਨੂੰ ਵੀ ਦਿਖਾਓ, ਮੈਂ ਵੀ ਵੇਖਣਾ ਚਾਹੁੰਦਾ। ਇਹ ਭਾਈ ਪਰਦੇ ਦੀ ਚੀਜ਼ ਹੈ, ਇਹਨੂੰ ਪਰਦੇ ਵਿੱਚ ਹੀ ਰਹਿਣ ਦਿਓ। ਇਸ ਕਰਕੇ ਪਿਆਰਿਓ, ਕਈ ਜਿਹੜੇ ਇਸ ਤੋਂ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਸੀ, ਸਤਿਗੁਰੂ ਮਹਾਰਾਜ ਜੀ ਨੇ ਵੀ ਕੁਝ ਕੌਤਕ ਜਿਹੜੇ ਨਾ ਪਿਆਰਿਓ ਉਹ ਪਰਦੇ ਦੇ ਵਿੱਚ ਵਰਤਾਏ ਹਨ। ਲੇਕਿਨ ਆਪਾਂ ਕੀ ਕਰਦੇ ਹਾਂ, ਜਿਹੜੇ ਭੁੱਲੇ ਹੋਏ ਹਨ, ਕਦੇ ਕਪੜਾ ਉਹ ਪਰਦੇ ਨੂੰ ਲਾ ਕਰਕੇ, ਕਦੇ ਪਾੜ ਕਰਕੇ, ਕਦੇ ਐ ਚੁੱਕ ਕਰਕੇ ਉਹਨੂੰ ਝਾਂਕ ਕਰਕੇ ਵੇਖਦੇ ਕਿ ਕੀ ਹੋਇਆ ਕਰਕੇ। ਨਹੀਂ ਪਿਆਰਿਓ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਪਰਦਾ ਪਾ ਦਿੱਤਾ, ਜੋ ਮਹਾਰਾਜ ਜੀ ਕਹਿੰਦੇ ਬਸ ਉਹ ਬਚਨ ਸਾਨੂੰ ਮੰਨਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਸ ਤਰ੍ਹਾਂ ਪਰਦਾ ਕੱਜ ਕਰਕੇ ਆਪਣੇ ਤਨ ਦਾ ਤਿਆਗ ਕੀਤਾ, ਕੁਛ ਪਿਆਰਿਓ ਭੁੱਲੇ ਜਿਹੜੇ ਲੋਕ ਹਨ ਉਹ ਪਰਦੇ ਨੂੰ ਪਾੜ ਪਾੜ ਕਰਕੇ ਫਿਰ ਵੇਖਦੇ, ਕਹਿੰਦੇ ਕਿ ਨਹੀਂ ਜੀ ਇੰਜ ਹੋਇਆ, ਇੰਜ ਮਹਾਰਾਜ ਜੀ ਨੇ ਕੀਤਾ, ਇਹਨਾਂ ਨੇ ਕਤਲ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਪਿਆਰਿਓ ਜਦੋਂ ਇੱਥੇ ਪਰਦਾ ਹੀ ਤਾਂ ਪਾਇਆ ਸੀ ਨਾ, ਮਹਾਰਾਜ ਜੀ ਨੇ ਕਨਾਤੀ ਤਾਂ ਤਾਨਣੀ ਕੀਤੀ। ਜੇ ਸਤਿਗੁਰੂ ਮਹਾਰਾਜ ਜੀ ਨੂੰ ਚਾਹੁੰਦੇ ਤਾਂ ਮਹਾਰਾਜ ਜੀ ਖੁੱਲਾ ਵੀ ਪਿਆਰਿਓ ਭਾਣਾ ਵਰਤਾ ਸਕਦੇ ਸਨ। ਲੇਕਿਨ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਪਰਦਾ ਕੱਜਣਾ ਕੀਤਾ। ਮਹਾਰਾਜ ਨੂੰ ਪਤਾ ਸੀ ਕਿ ਇਹ ਭਾਣਾ ਪਿਆਰਿਓ ਪਾਰਲੌਕਿਕ ਭਾਣਾ ਹੈ, ਇਹ ਸਾਰਿਆਂ ਨੂੰ ਆਪਾਂ ਨਹੀਂ ਵਿਖਾ ਸਕਦੇ ਹਾਂ। ਇਸ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਪਰਦਾ ਪਾ ਦਿੱਤਾ ਤੇ ਪਿਆਰਿਓ ਸਾਡੀ ਕੋਈ ਔਕਾਤ, ਕੋਈ ਹੈਸੀਅਤ ਨਹੀਂ ਹੋਣੀ ਚਾਹੀਦੀ ਕਿ ਆਪਾਂ ਉਹਦੇ ਉੱਤੇ ਕਟਾਖ ਕਰਨਾ ਕਰੀਏ, ਪਰਦਾ ਲਾ ਲਾ ਕਰਕੇ ਵੇਖੀਏ। ਇੱਕ ਪਰਦੇ ਦੀ ਗੱਲ ਜਿਹੜੀ ਹੈ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਪੜਾ ਪਾ ਦਿੱਤਾ, ਪਰਦਾ ਪਾ ਦਿੱਤਾ, ਉਹਨੂੰ ਫਿਰ ਉਹਦੇ ਵਿੱਚ ਹੀ ਰੱਖਣਾ ਚਾਹੀਦਾ। ਨਿਤ ਖੁਦਾਏ ਕੇ ਸਨਮੁਖ ਹੋਏ, ਨਿਤ ਖੁਦਾ ਦੇ ਜਿਹੜੇ ਸਨਮੁਖ ਹੁੰਦੇ ਹਨ, ਜੇ ਸਦਾ ਜਿਹੜੇ ਰੱਬ ਦੀ ਬੰਦਗੀ ਕਰਦੇ, ਤੇ ਜਦੋਂ ਉਹ ਪਰਦਾ ਪਾ ਦਿੰਦੇ ਉਹਨਾਂ ਦੀ ਰਮਜ ਦੇ ਉੱਤੇ ਕਦੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਜਹਾਂਗੀਰ ਨੇ ਪੁਨਹ ਬਖਾਨਾ, ਜਹਾਂਗੀਰ ਨੇ ਫਿਰ ਪਿਆਰਿਓ ਬਚਨ ਕਰਨਾ ਕੀਤਾ ਕਿਆ, ਮੋਹਿ ਦਿਖਾਵੋ ਕਿਰਪਾ ਨਿਧਾਨ। ਕਹਿੰਦਾ ਹੈ ਕਿਰਪਾ ਨਿਧਾਨ ਬਾਬਾ ਜੀ ਤੁਸੀਂ ਬੜੇ ਕਿਰਪਾਲੂ ਹੋ, ਮੈਨੂੰ ਰਿਆ ਨਹੀਂ ਜਾ ਰਿਹਾ ਇਹਦੇ ਵਿੱਚ ਕੀ ਹੈ, ਬੜੀ ਜਿਗਿਆਸਾ ਉੱਠ ਰਹੀ ਹੈ। ਕਿਉਂਕਿ ਕੁਛ ਪਿਆਰਿਓ ਜਦੋਂ ਆਪਾਂ ਵੇਖਦੇ ਹਾਂ, ਜਦੋਂ ਕਈ ਵਾਰੀ ਖਾਸ ਕਰਕੇ ਬੰਦੇ ਦੀ ਇਹ ਫਿਤਰਤ ਹੁੰਦੀ ਹੈ, ਜਿੱਥੇ ਲਿਖਿਆ ਹੋਇਆ ਹੁੰਦਾ ਇੱਥੇ ਨਹੀਂ ਵੇਖਣਾ ਭਾਈ, ਉੱਥੇ ਜ਼ਰੂਰ ਆਪਾਂ ਜਿਗਿਆਸਾ ਪਾ ਕਰਕੇ ਵੇਖਦੇ ਹਾਂ, ਪਤਾ ਨਹੀਂ ਇੱਥੇ ਕੀ ਲੁਕਿਆ ਹੋਇਆ। ਜਿੱਥੇ ਲਿਖ ਕਰਕੇ ਰੱਖ ਦਿਓ ਕਿ ਭਾਈ ਇੱਥੇ ਆਓ ਭਾਈ ਵੇਖ ਕੇ ਜਾਓ ਇੱਕ ਵਾਰੀ, ਤੇ ਬੰਦਾ ਡਰਦਾ ਕਹਿੰਦਾ ਇਹ ਲਿਖਿਆ ਹੋਇਆ ਇੱਥੇ ਨਹੀਂ ਵੇਖਣਾ ਚਾਹੀਦਾ। ਕਹਿਣ ਦਾ ਭਾਵ ਕਿ ਜੋ ਕਰਨ ਵਾਸਤੇ ਕਹਿੰਦੇ ਆਪਾਂ ਉਹ ਕੰਮ ਨਹੀਂ ਕਰਦੇ ਆ, ਜੋ ਨਹੀਂ ਕਰਨ ਵਾਸਤੇ ਆਪਾਂ ਕੋਈ ਲੇਖ ਕਰਕੇ ਜਾਂਦਾ ਕਹਿੰਦਾ ਆਪਾਂ ਜ਼ਰੂਰ ਉਹ ਕੰਮ ਕਰਦੇ। ਇੱਕ ਮਨ ਦੇ ਵਿੱਚ ਵਲਵਲਾ ਹੁੰਦਾ ਕਿ ਭਾਈ ਪਤਾ ਨਹੀਂ ਕੀ ਹੈ। ਇਸ ਤਰ੍ਹਾਂ ਜਹਾਂਗੀਰ ਦੇ ਮਨ ਦੇ ਵਿੱਚ ਵੀ ਬੜਾ ਵਲਵਲਾ ਉੱਠ ਰਿਹਾ ਹੈ। ਅਚਰਜ ਵਰਤਤ ਹੈ ਮਨ ਮੇਰੇ, ਕਹਿੰਦਾ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦੀ ਆਸ਼ਚਰਜਤਾ ਵੱਧ ਰਹੀ ਹੈ ਕਿ ਪਤਾ ਨਹੀਂ ਇਹਦੇ ਅੰਦਰ ਬਾਬਿਆਂ ਨੇ ਕੀ ਛੁਪਾ ਕਰਕੇ ਰੱਖਿਆ, ਕੀ ਲੁਕਾ ਕੇ ਰੱਖਿਆ। ਖਿੰਤਾ ਕੰਪਤ ਪਰ ਹੀ ਹੇਰੇ, ਕਿਉਂਕਿ ਮੈਂ ਬਾਰ-ਬਾਰ ਤੱਕ ਰਿਹਾ, ਇਹ ਖਿੰਥਾ ਜਿਹੜੀ ਹੈ ਗੋਦੜੀ ਬੜੀ ਕੰਬ ਰਹੀ ਹੈ, ਕਦੇ ਖੜ ਜਾਂਦੀ, ਕਦੇ ਲੰਬੀ ਪੈ ਜਾਂਦੀ, ਕਦੇ ਇਹ ਸੱਜੇ ਨੂੰ ਕਦੇ ਖੱਬੇ ਨੂੰ। ਦੇਖੋ ਕਿਹੋ ਜਿਹਾ ਉਹ ਨਜ਼ਾਰਾ ਹੋਵੇ ਰਹੀ ਹੈ। ਅਪਰ ਨਹੀਂ ਕਛ ਜਾਣਿਓ ਜਾਏ, ਮੈਂ ਤੁਹਾਡੇ ਨਾਲ ਬਚਨ ਕਰ ਰਿਹਾ ਲੇਕਿਨ ਮੇਰਾ ਪੂਰਾ ਧਿਆਨ ਉਹਦੇ ਵਿੱਚ ਹੀ ਲੱਗਿਆ ਹੋਇਆ ਕਿ ਇਹਦੇ ਅੰਦਰ ਕੀ ਹੈ, ਕੀ ਹੈ ਕਰਕੇ। ਕਿਆ ਇਸ ਬਿਖਰ ਰਹਿਓ ਦੁਖ ਪਾਏ, ਮੇਰੇ ਮਨ ਦੇ ਵਿੱਚ ਇਹੀ ਦੁੱਖ ਲੱਗਿਆ ਹੋਇਆ, ਕਿਉਂਕਿ ਜੇ ਆਪ ਜੀ ਨਹੀਂ ਦਿਖਾਓਗੇ ਨਾ
ਇਹ ਸ਼ੱਕ ਮੇਰੇ ਮਨ ਦੇ ਵਿੱਚ ਰਹਿ ਜਾਵੇਗਾ ਕਿ ਪਤਾ ਨਹੀਂ ਬਾਬਿਆਂ ਨੇ ਉਹਦੇ ਅੰਦਰ ਕੀ ਰੱਖਣਾ ਕੀਤਾ। ਇਸ ਕਰਕੇ ਕਿਰਪਾ ਕਰੋ ਬਾਬਾ ਸ਼੍ਰੀ ਚੰਦ ਜੀ, ਉਹ ਖਿੰਥਾ ਦੇ ਅੰਦਰ ਕੀ ਤੁਸਾਂ ਨੇ ਰੱਖਣਾ ਕੀਤਾ ਉਹ ਇੱਕ ਵਾਰੀ ਮੈਨੂੰ ਦਿਖਾਓ। ਜੇ ਮੈਂ ਵੇਖ ਲਵਾਂਗਾ ਤਸੱਲੀ ਹੋ ਜਾਵੇਗੀ ਕਿ ਹਾਂ ਜੀ ਇਹਦੇ ਵਿੱਚ ਇਹ ਹੈ ਕਰਕੇ। ਇੰਜ ਜਹਾਂਗੀਰ ਨੇ ਬਚਨ ਕੀਤਾ। ਹੁਣ ਅੱਗੇ ਬਾਬਾ ਸ਼੍ਰੀ ਚੰਦ ਜੀ ਜੋ ਇਹਨੂੰ ਦਿਖਾਉਂਦੇ ਹਨ ਉਹ ਪਿਆਰਿਓ ਕਥਾ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ। ਸਦਾ ਵਿਵੇਕ, ਹੈ ਅਪਰੰਪਰ ਹਰ ਹਰੇ, ਹੈ ਪੀ ਹੋ ਅਨਹਾਰ, ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ, ਰਾਖਾਂ ਹੀ ਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ, ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ